ਬਸੰਤ ਮਹਲਾ ਨਾਵਾ। ਬਸੰਤ ਰਾਗ ਵਿੱਚ ਨਾਵੀਂ ਪਾਤਸ਼ਾਹ ਸ਼ਹੀਦਾਂ ਦੇ ਸਰਤਾਜ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਸ਼ੁਭਕਾਮਨਾ ਉਪਦੇਸ਼ ਦੀ ਬਖਸ਼ਿਸ਼ ਕਰਦੇ ਹਨ। ਮਨ ਕਹਾ ਵਿਸਾਰਿਓ ਰਾਮ ਨਾਮ। ਇਹ ਮਨਾ ਤੂੰ ਰਾਮ ਪਰਮਾਤਮਾ ਦਾ ਨਾਮ ਕਾਹਦੇ ਲਈ ਭੁਲਾਇਆ ਹੋਇਆ ਹੈ। ਭੁੱਲਿਓ ਮਨ ਮਾਇਆ ਉਰਝਾਇਓ, ਜੋ ਜੋ ਕਰਮ ਕੀਓ ਲਾਲਚ ਲਗ, ਤੇਹ ਤੇਹ ਆਪ ਬੰਧਾਇਓ। ਤਨ ਬਿਨੁਸੈ ਜਮ ਸਿਉ ਪਰੈ ਕਾਮ। ਜਦੋਂ ਇਹ ਸਰੀਰ ਨਾਸ਼ ਹੋਵੇਗਾ ਤਦੋਂ ਪਰਮਾਤਮਾ ਦੇ ਨਾਮ ਤੋਂ ਬਿਨਾਂ ਹੋਣ ਕਰਕੇ ਯਮਰਾਜ ਯਮਦੂਤਾਂ ਦੇ ਨਾਲ ਹੀ ਤੇਰਾ ਕੰਮ ਪਵੇਗਾ। ਭਾਵ ਜਮਾਂ ਦੇ ਨਾਲ ਤੈਨੂੰ ਜਾਣਾ ਪਵੇਗਾ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਇਹੋ ਜਾਗ ਧੂਏ ਕਾ ਪਹਾੜ। ਇਹ ਮਨਾ ਇਹ ਸੰਸਾਰ ਦੇ ਧੂਏ ਦਾ ਪਹਾੜ ਹੈ। ਭਾਵ ਧੂਏ ਵਾਂਗ ਨਾਸ਼ਵਾਨ ਹੈ। ਤੈ ਸਾਚਾ ਮੰਨਿਆ ਇਹ ਵਿਚਾਰ। ਫਿਰ ਤੂੰ ਕਿਹੜੀ ਵਿਚਾਰ ਕਰਕੇ ਇਸ ਨਾਸ਼ਵਾਨ ਸੰਸਾਰ ਨੂੰ ਸੱਚਾ ਮੰਨਿਆ ਹੋਇਆ ਹੈ। ਧਨਦਾਰਾ ਸੰਪਦਾ ਗ੍ਰਹਿ। ਜੋ ਇਹ ਦੌਲਤ ਇਸਤਰੀ ਵਿਭੂਤੀ ਅਤੇ ਘਰ ਆਦਿਕ ਹਨ। ਅਛ ਸੰਗ ਨਾ ਚੱਲੈ ਸਮਝ ਲੈ। ਤੂੰ ਇਹ ਸਮਝ ਲੈਣਾ ਕਰ ਕਿ ਅੰਤ ਨੂੰ ਇਹ ਕੁਝ ਵੀ ਨਾਲ ਨਹੀਂ ਚੱਲੇਗਾ। ਇੱਕ ਭਗਤ ਨਾਰਾਇਣ ਹੋਏ ਸੰਗ। ਇੱਕ ਕੇਵਲ ਪਰਮਾਤਮਾ ਦੀ ਪ੍ਰੇਮਾ ਭਗਤੀ ਹੀ ਤੇਰੇ ਨਾਲ ਹੋਵੇਗੀ। ਕਹੋ ਨਾਨਕ ਭਜ ਹੱਥੀ ਕਰੰਗ। ਸਤਿਗੁਰੂ ਮਹਾਰਾਜ ਸਾਹਿਬ ਜੀ ਕਥਨ ਕਰਦੇ ਨੇ ਕਿ ਇਸ ਲਈ ਹੀ ਮਨ ਇਸ ਇੱਕ ਪਰਮਾਤਮਾ ਨੂੰ ਪ੍ਰੇਮ ਕਰਕੇ ਭਜਨ ਕਰ ਸਿਮਰਨ ਕਰ। ਬਸੰਤ ਮਹਲਾ ਨਾਵਾ। ਬਸੰਤ ਰਾਗ ਵਿੱਚ ਸ਼ੁਭਕਾਮਨਾ ਉਪਦੇਸ਼ ਬਖਸ਼ਿਸ਼ ਕਰ ਰਹੇ ਨੇ। ਕਹਾ ਭੁਲਿਓ ਰੇ। ਇਹ ਭਾਈ ਤੂੰ ਕੀ ਪਰਮਾਤਮਾ ਨੂੰ ਭੁੱਲਿਆ? ਕਾਹਦੇ ਲਈ ਭੁੱਲੀ ਬੈਠਾ ਹੈ? ਝੂਠੇ ਲੋਭ ਲਾਗ। ਝੂਠੇ ਪਦਾਰਥਾਂ ਦੇ ਲਾਲਚ ਵਿੱਚ ਲੱਗ ਕੇ ਤੂੰ ਪਰਮਾਤਮਾ ਦੇ ਨਾਮ ਨੂੰ ਭੁੱਲੀ ਬੈਠਾ ਹੈ। ਕਾਛ ਬਿਗੜਿਓ ਨਾਹਨ। ਇਹ ਭਾਈ ਹੁਣ ਵੀ ਅਜੇ ਤੇਰਾ ਕੁਝ ਵਿਗੜਿਆ ਨਹੀਂ ਹੈ। ਡੁੱਲੇ ਬੇਰਾਂ ਦਾ ਕੁਝ ਨਹੀਂ ਵਿਗੜਦਾ। ਚੌਕੇ ਧੋ ਲਓ, ਆਟਾ ਡੁੱਲ ਜਾਏ ਮੁੜ ਕੇ ਕੱਖ ਨਹੀਂ ਰਹਿੰਦਾ। ਕਬੀਰ ਕੀਚੜ ਆਟਾ ਗਿਰ ਪਰਿਆ, ਕਿਛੁ ਨ ਆਇਓ ਹਾਥ। ਪੀਸਤ ਪੀਸਤ ਚਾਬਿਆ, ਸੋਈ ਨਿਭਿਆ ਸਾਥ। ਜਿੰਨਾ ਚਿਰ ਇਹ ਜ਼ਿੰਦਗੀ ਹੈ ਇਹ ਸਵਾਸ ਨੇ। ਬਾਲ ਉਮਰ ਚਲੀ ਗਈ, ਕੁਝ ਵੇਰ ਡੁੱਲ ਗਏ। ਜਵਾਨੀ ਚਲੀ ਗਈ, ਕੁਝ ਡੁੱਲ ਗਏ। ਫਿਰ ਵੀ ਤੂੰ ਬੁਢੇਪੇ 'ਚ ਵੀ ਭਜਨ ਕਰ ਸਕਦਾ ਹੈ। ਪਰ ਜੇ ਸਵਾਸ ਹੀ ਨਿਕਲ ਗਏ ਫਿਰ ਤਾਂ ਆਟਾ ਹੀ ਡੁੱਲ ਗਿਆ, ਕੁਝ ਵੀ ਹੱਥ ਨਹੀਂ ਆਇਆ। ਇਸ ਲਈ ਅਜੇ ਤਾਂ ਤੇਰਾ ਕੁਝ ਨਹੀਂ ਵਿਗੜਿਆ। ਤੂੰ ਹੁਣ ਵੀ ਅਵਿਦਿਆ ਦੀ ਨੀਂਦ ਤੋਂ ਗਿਆਨ ਅਵਸਥਾ ਵਿੱਚ ਜਾਗਣਾ ਕਰ। ਜਾਗ ਲਿਓ ਰੇ ਮਨਾ, ਜਾਗ ਲਿਓ ਕਹਾਂ ਗਾਫਲ ਸੋਇਆ। ਜੋ ਤਨ ਉਪਜਿਆ ਸੰਗ ਹੀ, ਸੋ ਵੀ ਸੰਗ ਨ ਹੋਇਆ। ਮਾਤ ਪਿਤਾ ਸੰਬੰਧ ਜਨ ਹਿਤ ਜਾਸਿਓ ਕੀਨਾ। ਜੀਵੋ ਛੂਟਿਓ ਜਬ ਦੇਹ ਤੇ ਡਾਰ ਅਗਨ ਮੈਂ ਦੀਨਾ। ਐ ਮੇਰੇ ਮਨਾ ਤੂੰ ਅਜੇ ਵੀ ਜਾਗ ਲੈਣਾ ਕਰ। ਉੱਠ ਜਾਗ ਖਰਾੜੇ ਮਾਰ ਨਹੀਂ ਤੂੰ ਇਸ ਜਹਾਨੋਂ ਜਾਵੇਂਗੀ। ਮੁੜ ਕਦਮ ਨਾ ਇੱਥੇ ਪਾਵੇਂਗੀ। ਕੀ ਗਾਫਲਦਾਈ ਦੀ ਨੀਂਦ ਵਿੱਚ ਸੁੱਤਾ ਪਿਆ ਹੈ? ਜਿਹੜਾ ਧੀਆਂ ਪੁੱਤ ਮਾਂ ਪਿਓ ਹੈ ਜਿਹਦੇ ਨਾਲ ਤੂੰ ਮੋਹ ਲਾਇਆ ਹੋਇਆ, ਜਿਸ ਵਕਤ
तेरी जीव आत्मा शरीर ਨੂੰ त्याग जाएगी, वो फड़ के ਅੱਗ ਸੁੱਟ ਕੇ ਸਾੜ ਦੇਣਗੇ। ਜੀਵਤ ਰੋ ਵਿਵਹਾਰ ਹੈ, ਜਾਕੋ ਤੁਮ ਜਾਣੋ। ਇਹ ਜਗਤ ਨੂੰ, ਇਹਨਾਂ ਜੀਵਾਂ ਨੂੰ ਜਿਉਂਦਿਆਂ ਦੇ ਮੇਲੇ ਸਮਝ ਲੈਣਾ ਕਰ। ਨਾਨਕ ਹਰਿ ਗੁਣ ਗਾੜੀ ਲੈ, ਸਭ ਸੁਪਨ ਸਮਾਨੋ। ਇਸ ਲਈ ਮਹਾਰਾਜ ਕਹਿੰਦੇ ਤੂੰ ਹਰੀ ਦੇ ਗੁਣ ਗਾਣਾ ਗੁਰਮੁਖ। ਜੋ ਵੀ ਕੁਝ ਹੈ ਇਹ ਸੁਪਨੇ ਦੀ ਤਰ੍ਹਾਂ ਝੂਠਾ ਹੈ। ਜਗੂ ਜਾਗ ਅਜੇ ਵੀ ਜਾਗ ਪਾਓ, ਟਾਈਮ ਹੈ ਹੀ ਉਹ। ਅਜੇ ਕਥਾ ਕੀਰਤਨ ਗੁਰਦੁਆਰੇ 'ਚ ਚੱਲ ਰਿਹਾ ਹੈ। ਸੋ ਗਿਆਨ ਜਾਗਰਤ ਅਵਸਥਾ ਵਿੱਚ, ਬੁਢੇਪੇ ਵਿੱਚ ਵੀ ਜਾਗ ਪਾਓ। ਵਿਸ਼ਰਾਮ ਦੇ ਕਰ ਫਰਮਾਨ ਕਰਦੇ ਨੇ। ਸਮ ਸੁਪਨਾ ਕੈ ਇਹੋ ਜਗ ਜਾਨ। ਇਹ ਭਾਈ ਤੂੰ ਸੁਪਨੇ ਦੇ ਸਮਾਨ ਹੀ ਇਸ ਸੰਸਾਰ ਨੂੰ ਨਾਸ਼ਵੰਤ ਜਾਣਨਾ ਕਰ। ਬਿਨ ਸਾ ਛਿਨ ਮੈਂ ਸਾਚੀ ਮਾਂ। ਜਿਵੇਂ ਜਾਗਣ ਦੇ ਨਾਲ ਸੁਪਨਾ ਨਾਸ਼ ਹੋ ਜਾਂਦਾ ਹੈ, ਇਉਂ ਗਿਆਨ ਅਵਸਥਾ ਵਿੱਚ ਜਾਗਣ ਨਾਲ ਇਹ ਇੱਕ ਖਿਣ ਵਿੱਚ ਹੀ ਨਾਸ਼ ਹੋ ਜਾਵੇਗਾ। ਤੂੰ ਇਹ ਗੱਲ ਸੱਚੀ ਮੰਨਣਾ ਕਰ। ਜਗ ਰਚਨਾ ਸਭ ਝੂਠ ਹੈ, ਜਾਣਦੇ ਹੋਰੇ ਮੀਤ। ਕਹਿ ਨਾਨਕ ਤਿਰ ਨਾ ਰਹਿ, ਜਿਉ ਬਾਲੂ ਕੀ ਪੀਤ। ਜਗ ਜੀਵਨ ਐਸਾ ਸੁਪਨੇ ਜੈਸਾ, जीवन सुपन समानन। साच कर हम गाठ दीनी, छोड़ परम निधानन। बाबा बोलते ते कहाँ गए, देही के संग रहते। सुरत माहे जो नृत्य करते, कथा वार्ता कहते। कन भी चले गए, अखा भी चलिया गई, जबान का बोल भी चला गया। तू अजे भी घराड़े मारिया है। उठ जाग ते जाके गुरु जी के चरणों में हाजिर होके महाराज का भजन कर। संग तेरा हर बस्त नीत। हे भाई हरि परमात्मा नित प्रति तेरे नाल ही वसदा है, दूर नाही मेरो प्रभ प्यारा। निस बासुर भजता मी। ਇਹ ਮਿੱਤਰ ਤੂੰ ਪ੍ਰਭੂ ਨੂੰ ਦਿਨ ਤੇ ਰਾਤ ਭਜਨ ਕਰ, ਸਿਮਰਨ ਕਰ। ਨਾ ਦਿਨ ਵੇਖ ਨਾ ਰਾਤ ਵੇਖ, ਕਿਉਂਕਿ ਪਾਤਸ਼ਾਹ ਦਾ ਬਚਨ ਹੈ ਕਬੀਰ ਜੀ ਦੀ ਰਸਨਾ ਤੋਂ। ਕਬੀਰ ਸੂਤਾ ਕਿਆ ਕਰ ਹੈ, ਉੱਠ ਕੇ ਨਾ ਜਪੈ ਮੁਰਾਰ। ਇੱਕ ਦਿਨ ਸੋਵਨ ਹੋਏ ਕੋ ਲਾਂਬੇ ਗੋੜ ਪਸਾਰ। ਤੂੰ ਦਿਨੇ ਵੀ ਤੇ ਰਾਤ ਵੀ ਸੁੱਤਾ ਰਹਿੰਦਾ ਹੈ। ਜਦ ਕੋਈ ਜਗਾਉਂਦਾ ਹੈ ਤਾਂ ਤੈਨੂੰ ਗੁੱਸਾ ਚੜ੍ਹਦਾ ਹੈ। ਸਪੀਕਰ ਦੀ ਆਵਾਜ਼ ਸੁਣ ਕੇ ਗੁੱਸਾ ਕਰਦਾ ਕਿ ਸੌਣ ਨਹੀਂ ਦਿੰਦੇ। ਕੋਈ ਗੱਲ ਨਹੀਂ, ਜਿਉਂਦਿਆਂ ਨੂੰ ਬੰਦਾ ਜਗਾਉਂਦਾ ਹੈ। ਜਿਹੜੇ ਮਰ ਜਾਂਦੇ ਨੇ ਉਹਨਾਂ ਨੂੰ ਨਹੀਂ ਮੁੜ ਕੇ ਕੋਈ ਜਗਾਉਂਦਾ, ਸੁੱਤੇ ਨਹੀਂ। ਜਦੋਂ ਕਬਰ ਦੇ ਵਿੱਚ ਤੈਨੂੰ ਸੁੱਟ ਦਿੱਤਾ ਤਾਂ ਲੱਤਾਂ ਪਸਾਰ ਕੇ ਸੁੱਤਾ ਨਹੀਂ, ਭਾਵੇਂ ਜੁਗਾ ਤੱਕ, ਮੁੜ ਕੇ ਨਹੀਂ ਕੋਈ ਜਗਾਏਗਾ। ਹੁਣ ਤੂੰ ਜਿਉਂਦਾ ਹੈ ਤਾਂ ਤੈਨੂੰ ਬੇਨਤੀ ਕਰ ਰਹੇ ਹਾਂ। ਕਬੀਰ ਸੂਤਾ ਕਿਆ ਕਰੇ, ਬੈਠਾ ਰੁਵਰ ਜਾਗ। ਜਾਕੇ ਸੰਗ ਦੇ ਵਿਸ਼ਰ ਤਾਹੀ ਕੇ ਸੰਗ ਲਾਗ। ਇਸ ਲਈ ਨਿਤ ਪ੍ਰਤੀ ਦਿਨ ਰਾਤ ਉਸ ਵਾਹਿਗੁਰੂ ਜੀ ਦਾ ਭਜਨ ਕਰ। ਬਾਰੇ ਅੰਤ ਕੀ ਹੋਈ ਸਹਾਇ। ਪ੍ਰਭੂ ਅਖੀਰ ਦੀ ਵਾਰੀ ਸਮੇਂ ਤੇਰਾ ਸਹਾਇਕ ਹੋਵੇਗਾ। ਕਹੋ ਨਾਨਕ ਗੁਣ ਗਾਵੇਗਾ। ਸਤਿਗੁਰੂ ਸਾਹਿਬ ਜੀ ਕਥਨ ਕਰਦੇ ਨੇ ਕਿ ਜਿਸ ਪ੍ਰਭੂ ਦੇ ਗੁਣਾਂ ਨੂੰ ਗਾਉਣਾ ਕਰ। ਸੰਤ ਮਹਲਾ ਪਹਿਲਾ। ਬਸੰਤ ਰਾਗੰਦ ਪਹਿਲੇ ਸਰੋਗ। ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਇਹ ਜੋ ਪਾਵਨ ਸ਼ਬਦ ਹਨ, ਅਸ਼ਟਪਦੀਆ 8 ਪਦਾਂ ਵਾਲੀ ਬਾਣੀ, ਪੌੜੀਆਂ ਵਾਲੀ ਬਾਣੀ ਉਚਾਰਨ ਕਰ ਰਹੇ ਨੇ। ਮਹਲਾ ਪਹਿਲੇ ਕਰ ਸੁਰਤਾਲ ਦੇ ਅੰਦਰ ਤੁਕੀਆ ਦੋ ਤੁਕਾਂ ਤੇ ਅੰਕਾਂ ਵਾਲੀ
ਬਾਣੀ ਉਚਾਰਨ ਕਰ ਰਹੇ ਨੇ। ਇੱਕ ਓੰਕਾਰ ਇੱਕ ਅਦੁੱਤੀ ਬ੍ਰਹਮ ਓੰਕਾਰ ਸਰਬ ਦਾ ਪ੍ਰਕਾਸ਼ਕ ਸਤਿਗੁਰ ਪ੍ਰਸਾਦ ਜੋ ਕਿ ਸਤਿਗੁਰਾਂ ਦੀ ਕਿਰਪਾ ਦੁਆਰਾ ਪ੍ਰਾਪਤ ਹੁੰਦਾ ਹੈ। ਜਗ ਕਉਆ ਨਾਮ ਨਹੀਂ ਜੀਦਾ। ਇਹ ਜਿਹੜਾ ਜਗ ਹੈ ਇਹ ਕਾਂ ਹੈ। ਕਾਂ ਸਿਆਣਾ ਕਾਂ ਗੂੰ ਤੇ ਡਿੱਗਦਾ, ਮਾਫ ਕਰਨਾ, ਵਿਸ਼ਿਆਂ ਦੇ ਗੂੰ ਤੇ ਡਿੱਗਦਾ ਹੈ। ਨਾਮ ਜੋ ਨਹੀਂ ਚੇਤੇ ਕਰਦਾ। ਵਿਸ਼ੇ ਵਕਾਰਾਂ 'ਚ ਉਹ ਬੜੇ ਸਿਆਣੇ ਆਪਾਂ ਜੀ, ਕੋਈ ਵਕੀਲ ਹੈ, ਕੋਈ ਡਾਕਟਰ ਹੈ, ਕੋਈ ਇੰਜੀਨੀਅਰ ਹੈ, ਬੜੀ ਦੁਨੀਆ ਸਿਆਣੀ ਹੈ, ਪਰ ਹੈ ਕਾਂ। ਇਹ ਜਿਹੜੀਆਂ ਪੰਕਤੀਆਂ ਨੇ ਗੁਰੂ ਸਾਹਿਬ ਨੇ ਉਸ ਵਕਤ ਉਚਾਰੀਆਂ, ਇਹ ਜੋ ਪਾਵਨ ਸ਼ਬਦ ਹੈ, ਜਦੋਂ ਰਾਜਾ ਸ਼ਿਵਨਾਗ ਇਸ ਦੀ ਮਨਸੁਖ ਸ਼ਾਹੂਕਾਰ ਮੁਲਾਕਾਤ ਹੋਈ ਤੇ ਸਨਮੁਖ ਜਿਹੜਾ ਮਨਸੁਖ ਸ਼ਾਹੂਕਾਰ ਸੀ ਉਹਦੇ ਤੋਂ ਸ਼ਿਵਨਾਗ ਰਾਜੇ ਨੇ ਸਤਿਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਦੀ ਉਪਮਾ ਸੁਣੀ ਤਾਂ ਰਾਜੇ ਦੇ ਮਨ ਵਿੱਚ ਵੀ ਗੁਰਾਂ ਦੇ ਦਰਸ਼ਨ ਕਰਨ ਦੀ ਇੱਛਾ ਹੋਈ ਤੇ ਰਾਜੇ ਨੇ ਮਨਸੁਖ ਸ਼ਾਹੂਕਾਰ ਨੂੰ ਕਿਹਾ ਕਿ ਮੈਂ ਸੁਣਿਆ ਹੈ ਕਿ ਗੁਰੂ ਨਾਨਕ ਦੇਵ ਜੀ ਹੁਣ ਮੋਦੀਖਾਨਾ ਛੱਡ ਕੇ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਨੂੰ ਤਾਰਨੇ ਵਿੱਚ ਲੱਗ ਪਏ ਨੇ। ਰਾਜੇ ਨੇ ਮਨਸੁਖ ਸ਼ਾਹੂਕਾਰ ਨੂੰ ਕਿਹਾ ਕਿ ਮੈਨੂੰ ਵੀ ਆਪਣੇ ਨਾਮ ਲੈ ਜਾ ਕੇ ਗੁਰੂ ਜੀ ਦੇ ਦਰਸ਼ਨ ਕਰਾਓ। ਤਦੋਂ ਮਨਸੁਖ ਸ਼ਾਹੂਕਾਰ ਨੇ ਕਿਹਾ ਮੈਂ ਸੁਣਿਆ ਕਿ ਗੁਰੂ ਨਾਨਕ ਦੇਵ ਜੀ ਹੁਣ ਮੋਦੀਖਾਨਾ ਛੱਡ ਕੇ ਦੇਸ਼ਾਂ ਪ੍ਰਦੇਸ਼ਾਂ ਸੰਗਤਾਂ ਨੂੰ ਤਾਰਨੇ ਵਿੱਚ ਲੱਗ ਪਏ ਹਨ। ਆਪਾਂ ਸਤਿਗੁਰਾਂ ਨੂੰ ਕਿਵੇਂ ਲੱਭ ਸਕਾਂਗੇ? ਸਤਿਗੁਰਾਂ ਨੂੰ ਲੱਭਦਿਆਂ ਬਹੁਤ ਸਮਾਂ ਲੱਗ ਜਾਵੇਗਾ। ਇਸ ਲਈ ਜੇਕਰ ਤੇਰੇ ਮਨ ਦੇ ਵਿੱਚ ਸਤਿਗੁਰਾਂ ਦੇ ਦਰਸ਼ਨਾਂ ਦੀ ਇੱਛਾ ਹੈ ਤਾਂ ਰਾਜਨ ਤੂੰ ਇੱਥੇ ਦਿਲ ਦੀ ਭਾਵਨਾ ਨਾਲ ਸਤਿਗੁਰਾਂ ਨੂੰ ਰੱਦ ਨਾ ਕਰ। ਮੇਰਾ ਨਿਸ਼ਚੈ ਹੈ ਕਿ ਅੰਤਰਜਾਮੀ ਸਤਿਗੁਰੂ ਜੀ ਤੈਨੂੰ ਇੱਥੇ ਹੀ ਆਣ ਕੇ ਦਰਸ਼ਨ ਦੇਣਗੇ। ਤਦੋਂ ਤੋਂ ਰਾਜਾ ਸ਼ਿਵਨਾਗ ਵੈਰਾਗੀ ਹੋ ਕੇ ਹਰ ਰੋਜ਼ ਸਤਿਗੁਰਾਂ ਦਾ ਸਿਮਰਨ ਕਰਨ ਲੱਗ ਪਿਆ। ਜਦੋਂ ਦੰਭੀ ਪਖੰਡੀ ਲੋਕਾਂ ਨੂੰ ਇਸ ਗੱਲ ਦਾ ਪਤਾ ਲੱਗਾ ਤਾਂ ਆਪਣਾ ਭੇਸ ਬਦਲ ਕੇ ਰਾਜੇ ਸ਼ਿਵਨਾਗ ਕੋਲ ਆ ਕੇ ਕਿਹਾ ਕਰਨ ਕਿ ਅਸੀਂ ਗੁਰੂ ਨਾਨਕ ਹਾਂ, ਪਰ ਰਾਜੇ ਨੂੰ ਕੋਈ ਸ਼ਾਂਤੀ ਨਾ ਹੋਵੇ। ਜਿਹੋ ਜਿਹੇ ਲੱਛਣ ਗੁਰੂ ਨਾਨਕ ਦੇਵ ਜੀ ਵਿੱਚ ਮਨਸੁਖ ਸ਼ਾਹੂਕਾਰ ਨੇ ਦੱਸੇ ਸੀ, ਉਹੋ ਜਿਹੇ ਇਹਨਾਂ ਦੇ ਜੀਵਨ 'ਚ ਨਾ ਵੇਖ ਕੇ ਰਾਜੇ ਨੂੰ ਬਹੁਤ ਉਦਾਸੀ ਹੋਈ। ਤਦੋਂ ਰਾਜੇ ਨੇ ਪਦਮਨੀਆਂ ਨੂੰ ਹੁਕਮ ਦੇ ਦਿੱਤਾ ਕਿ ਪਹਿਲਾਂ ਤੁਸੀਂ ਗੁਰੂ ਨਾਨਕ ਦੇਵ ਜੀ ਦਾ ਨਾਮ ਕਹਾ ਕੇ ਆਉਣ ਵਾਲਿਆਂ ਦੀ ਪਰਖ ਕਰਿਆ ਕਰੋ। ਇਸ ਪਰਖਣਾ ਵਿੱਚ ਪਖੰਡੀ ਲੋਕ ਸ਼ਰਮਿੰਦੇ ਹੋ ਕੇ ਹਾਰ ਕੇ ਜਾਣ ਲੱਗੇ। ਕੋਈ ਵੀ ਪਰਖਣਾ ਵਿੱਚ ਪੂਰਾ ਨਾ ਉਤਰਿਆ ਕਿ ਰਾਜਾ ਨਿਸ਼ਰਦਕ ਹੋਣ ਲੱਗਾ। ਸੋ ਇਸ ਰਾਜੇ ਦੀ ਭਾਵਨਾ ਪੂਰੀ ਕਰਨ ਲਈ ਅੰਤਰਜਾਮੀ ਸਤਿਗੁਰੂ ਜੀ ਸੰਗਰਾਂ ਦੇ ਵਿਖੇ ਪਹੁੰਚ ਗਏ। ਜਦੋਂ ਸਤਿਗੁਰੂ ਜੀ ਸ਼ਿਵਨਾਗ ਰਾਜੇ ਦੇ ਸੁੱਕੇ ਬਾਗ ਦੇ ਵਿੱਚ ਪਹੁੰਚੇ ਤਾਂ ਸਤਿਗੁਰਾਂ ਦੇ ਚਰਨ ਪੈਣ ਨਾਲ ਸਾਰਾ ਬਾਗ ਹਰਾ ਭਰਾ ਹੋ ਗਿਆ। ਮਾਲੀ ਨੇ ਜਾ ਕੇ ਰਾਜੇ ਸ਼ਿਵਨਾਗ ਨੂੰ ਦੱਸਿਆ ਕਿ ਕੁਝ ਫਕੀਰ ਆਏ ਨੇ, ਉਹਨਾਂ ਦੇ ਆਉਣ ਨਾਲ ਸਾਰਾ ਬਾਗ ਹਰਾ ਭਰਾ ਹੋ ਗਿਆ ਹੈ। ਰਾਜਾ ਸੁਣ ਕੇ ਚਿੱਤ 'ਚ ਬਹੁਤ ਪ੍ਰਸੰਨ ਹੋਇਆ ਤੇ ਮਨ ਵਿੱਚ ਸੰਸਾ ਵੀ ਹੋ ਗਿਆ ਕਿ ਕਿਤੇ ਕੋਈ ਤਾਕਤ ਵਾਲੀ ਸਿੱਧੀ ਨਾ ਹੋਣ। ਇਸ ਲਈ ਮੈਂ ਇਹਨਾਂ ਦੀ ਵੀ ਪਹਿਲਾਂ ਪਰਖ ਕਰ ਲਵਾਂ, ਫਿਰ ਦਰਸ਼ਨ ਕਰਨ ਜਾਵਾਂਗਾ। ਇਹ ਸੋਚ ਕੇ ਰਾਜੇ ਸ਼ਿਵਨਾਗ ਨੇ ਸਤਿਗੁਰਾਂ ਦੇ ਪਾਸ ਪਦਮਨੀਆਂ ਭੇਜੀਆਂ, ਜਿਨ੍ਹਾਂ ਔਰਤਾਂ ਨੇ ਸਤਿਗੁਰਾਂ ਦੇ ਪਾਸ ਜਾ ਕੇ ਬਹੁਤ ਹਾਵ-ਭਾਵ ਦਿਖਾ ਕੇ ਸਤਿਗੁਰਾਂ ਨੂੰ ਆਪਣੇ ਤੇ ਮੋਹਿਤ ਕਰਨਾ ਚਾਹਿਆ, ਪਰੰਤੂ ਸਤਿਗੁਰੂ ਜੀ ਅਡੋਲ ਅਵਸਥਾ ਵਿੱਚ ਬੈਠੇ ਰਹੇ ਅਤੇ ਉਹਨਾਂ ਨੂੰ ਪੁੱਤਰੀ ਅੱਖਰ ਨਾਲ ਸੰਬੋਧਨ ਕਰਕੇ ਉਹਨਾਂ ਦੀ ਮੰਦ ਵਾਸ਼ਨਾ ਵੀ ਮੇਟ ਦਿੱਤੀ।
इस पावन शब्द दे विच सतवीं पौड़ी विच पंक्तियां ने, गच्छ हो पुत्री राजकुमार। ये राजकुमारियो तुसी मेरिया पुत्रियां हो, गच्छो इथों चलिया जाओ। नाम पढ़ो सच दोत सवार। तुसी अमृत वेला जान के अपने जीवन को संभाल के, अमृत वेले को संभाल के सच्चे परमात्मा का नाम उचारना करो। जीवन तुहाडा सुधर जाएगा। वाहिगुरू के नाम को उचारो। जिहड़े काम च पईयां होईयां हो, किड्डा सुंदर जन्म है तुसीं व्यर्थ गवा रहीआं हो। जदों ना पुत्री अखर सुनिया, उन्हां दा मन, उन्हां दा हृदय ठंडा ठार जिस तरह बरत लगा होना, शांति आ गई। धन गुरु से चरना से मत्था टेकिया, कह लगियां भी अज तक जिन्ने भी साधु आए या जिहड़ा भी बंदा सानू वेखदा सीगा, वो बुरी भावना करके वेखदा सीगा, विकारी भावना नाल। पुत्री अखर तां असीं अज तक किसी कोलों सुनिया ही नहीं। तुसीं धन्नो महापुरखो, ये बाबा जी गुरु नानक साहब सचमुच ही तुसीं परमात्मा हो। तुसीं सानू पुत्री अखर आखिया, पुत्रियां अखर नाल संबोधन किया। महाराज साडा मन शांत कर दिता, असीं भुलियां सीगियां। गुरु साहब कह लगे अपने प्यो दे अगे, धीआं राणियां इस तरह करदियां चंगियां नहीं लगदियां। धीओ चलियां जाओ, जाके नहाओ धोवो, स्नान करो ते मैनूं भी नितनेम करन दिओ। उन्हां माफी मंगी ते उपदेश की याचना की। उन्हां दी बेनती सुन के जो महाराज सच्चे पातशाह जी, उन्होंने पावन अष्टपदियां वाला शब्द उच्चारण करके उपदेश बख्शिश किया। कह लगियां जी जो आप जी तो बिना जो भी महात्मा इत्थे आए वो सारे डोल जाते रहे, पर असीं हैरान हाँ कि तुसीं साडे अगे बड़े बड़े लोग कोटियां टेक दिंदे ने, डोल जाते रहे ने, तुसीं किवें अडोल बैठे रहे हो। तां गुरु साहिब जी इंज फरमाउंदे ने, प्यार नाल सुनो जी। जग कव्वा नाम नहीं जीता। ये जगत दे जीव कान की तरह विषयां नूं विष्टा खाण वाले हन, जो परमात्मा का नाम चेते नहीं करते हैं। हंस जिहड़े ने वो मान सरोवर ते रहिंदे ने, हीरिया मोतियां दा चोग चुगदे ने। जिहड़े कान ने वो तां पिंड दीआं निआइयां विच गूंज अपनी चुंझ पाउंदे हन। इस तरह सो जिहड़े मंदे जीवन वाले कान की तरह काले मन वाले ने, वो विषयां वकारां च आपदे मन रूपी चुंझ नूं फसाई रखदे ने। नाम विसार गिरा देख पीता। परमात्मा दे नाम नूं भुला के विषय रूपी चोगे नूं वेख के अपने जीवन तो डिग जांदा जीव। सिंधी बोली विच पीत दा अर्थ चोगा है। विषयां दा चोगा वेख के फिरदी फिरदी दह दिशा, चल पर्वत मन राए, जिथे डटा मिर्त को इल बैठी जाए। वेखो उहदा जिस तरह हवाई जहाज चढ़िया हुंदा, जाने कि वेखो इल कितनी उची चढ़ी है, पर वो इल दी निगाह मुर्दे ते हुंदी है। जिथे हड्डा रोड़ी वेखी मुर्दे ते आके उसे वक्त उत्थे डिग पैंदी है। इंज जिन्ना मर्जी महात्मा संत बन जाए, जिन्ना मर्जी उच्चा चढ़ जाए, जिथे वेखिया भी विकार हन, प्राप्ति हो रही है, कोई वेख नहीं रहा, उसे वक्त उत्थे डिग पैना। तो इस तरह जिस तरह रावण ने साध बन के वेखो सीता की बेदबी की सीगी, इस तरह के लोग उन्हां तो बच के रहना चाहिए है। ऐसे जीव का मन विकारां विच डोलदा रहिंदा है अते चित्त अनित मिथ्या पदार्थां 'च लगा रहिंदा है, या चित्त विच बदनीति है। जाग स्यो टूटी झूठ परीता। जगत में झूठी
देखी प्रीत अपने ही सुख से सब लागे क्या दारा क्या मीत रहा। मेरो मेरो सब कहत है इत्यो बाध्यो चीत। क्यों ये झूठी प्रीति जान के असी जगत नालों अपनी प्रीति तोड़ लई है, या झूठे संसार नालों अपनी प्रीति तोड़ लई है, या जगत की झूठी प्रीति टुट गई है। आम क्रोध बिख बज्जर भार। जीव दे सिर पर विकार दृष्टि ते गुस्से आदक जहर रोग विषयों का सख्त पत्थर वांग भार पिया रहिंदा है। नाम बिना कैसे गुण जार। परमात्मा दे नाम जपण तो बिना सुंदर शुभ गुण किवें प्राप्त हो सकते हैं? भाव प्राप्त नहीं हो सकते। इस नाम दे कर फरमान कर देने घर बालू का मन कीरा। ये जीव का शरीर पंजा तत्ता रूपी रेती का घर है, जो काल रूपी घूमन घेरी विच पिया रहिंदा है। बरखस बाणी बुध बदाहीरा। जिवें वर्खा के पानी विच बुलबुले की बनावट देखी दी है, इउं पदार्थां दे मोर वर्खा पैण करके शरीरां नूं बुलबुलियां दी रचना देखी दी है। सो नवें पातशाह जी ने भी सलूकां दे विच जैसे जल ते बुदबुदा उपजा बिनसै नीत की उदाहरण देती बुलबुले दी। जग रचना तैसी रची कहो नानक सुनमीत। जगत की रचना बुलबुलियां की तरह रचना की है, जो कि कर्मां दी पौण जद वगदी है उस संबंध करके जीव शरीर धारते हैं। जदों कर्म भोगे जाते हैं शरीर समाप्त हो जाते हैं। मात्र बूंद ते धार चक भीर। जिवें घुमियार चक नूं घुमा के बूंद मात्र पानी छिड़ छिड़ के मिट्टी तो भांडे बना दिंदा है। सर्ब जोत नाम की चीर। सो पर सारियां ज्योतियां जड़ियां ने परमात्मा दे नाम दियां दासियां ने। जिवें मिट्टी तो भांडे बन जाते हैं। पातशाह जी का वचन है कि माटी एक अनेक भांत कर साजी साजन हर। ना कशपोच माटी के भांडे ना कशपोच कुंभार। क्यों मिट्टी का पंजा तत्तां दी कोई है। घुमियार परमात्मा ने काल रूपी चक्कर फेर के माता की गर्भ धरती अंदर पिता के वीरज की बूंद मात्र तो शरीर रच दिता। हर अनेका ही लोगों के शरीर बनाए इको ही बूंद तो। पर सारिया ज्योतियां शक्तियां परमात्मा के नाम दियां दासियां ने। जिस प्रभु की सारे शरीर अंदर ज्योत प्रकाश रही है उसके नाम की दासी बन। सर्वोपाय गुरु सिर मूरा। असी प्रभु अगे बेनती करते हैं कि हे प्रभु मेरे सिर के उपर तू आप ही गुरु स्वरूप हो के सारे उपाय करने वाला है। भगत कराओ पगला को तोरा। मैं तेरे चरणों च लाके तेरी भक्ति करता हाँ। नाम रतो चाहू तुझोरा। हे प्रभु मैं तेरे नाम च रंगिया हुआ तेरी ही तरफ चाहता हाँ। नाम दुराई चलै सो चोरा। जो तेरे नाम बनो चित नू लुको के चुरा के चलते ने वो चोर की तरह ने। जो चोर जुना में चलते हैं। मत होई दिख अंचल पा। जिन्होंने अपने हृदय पल्ले विच विषयां दी वासना मोना की है उन्होंने अपनी इज्जत खुआ लई है विकारा हथों। साच नाम रतो पत स्यो घर जा। जो परमात्मा दे सच्चे नाम च रंगे हुए ने वो इज्जत दे नाल अपने परलोक रूप घर विच
ਜਾਂਦੇ ਹਨ। ਜੋ ਕਿਛ ਕੀਨਸ ਪ੍ਰਭ ਰਜਾ। ਉਹ ਜਾਣਦੇ ਨੇ ਕਿ ਜੋ ਕੁਝ ਵੀ ਵਾਹਿਗੁਰੂ ਕਰਦਾ ਉਹ ਪ੍ਰਮਾਤਮਾ ਆਪਣੀ ਆਗਿਆ ਵਿੱਚ ਹੀ ਕਰਦਾ ਹੈ। ਭੈ ਮਾਨੈ ਨਿਰਭਉ ਮੇਰੀ ਮਾਈ। ਇਹ ਮੇਰੀ ਮਾਂ ਮਹਾਤਮਾ ਰੂਪ ਸਖੀ ਉਹ ਸੋਨਾ ਕਰੋ ਜੋ ਪ੍ਰਭੂ ਦਾ ਡਰ ਮੰਨਦੇ ਨੇ ਉਹ ਯਮਦੂਤ ਆਦਿਕ ਦੇ ਭੈ ਤੋਂ ਰਹਿਤ ਹੋ ਜਾਂਦੇ ਹਨ। ਕਾਮਨ ਚਾਹੈ ਸੁੰਦਰ ਭੋਗ। ਜਿਵੇਂ ਤੁਹਾਡੀਆਂ ਇਸਤਰੀਆਂ ਦਾ ਸੁਭਾਅ ਹੈ ਕਿ ਤੁਹਾਡੇ ਵਰਗੀਆਂ ਇਸਤਰੀਆਂ ਸੁੰਦਰ ਭੋਗ ਪਦਾਰਥਾਂ ਨੂੰ ਚਾਹੁੰਦੀਆਂ ਹਨ, ਤੁਸੀਂ ਵੀ ਚਾਹੁੰਦੀਆਂ ਹੋ। ਮਾਨ ਫੂਲ ਮੀਠੇ ਰਸ ਰੋਗ। ਫਿਰ ਪਾਨਾਂ ਦੇ ਕੀੜੇ ਚੱਬਦੀਆਂ, ਫੁੱਲਾਂ ਦੇ ਹਾਰ ਗਲ ਵਿੱਚ ਪਾਉਂਦੀਆਂ ਹੋ, ਮਿੱਠੇ ਮਿੱਠੇ ਰਸ ਖਾਣਾ ਕਰਦੀਆਂ ਹੋ। ਇਹ ਸਾਰੇ ਅੰਤ ਨੂੰ ਰੋਗ ਰੂਪ ਨੇ। ਸੋ ਸਾਰੇ ਹੀ ਭੋਗਨ ਸੋ ਰੋਗ, ਸਾਰੇ ਹੀ ਰੋਗ ਰੂਪ ਹਨ। ਸੋ ਨਾਮ ਸਾਰ ਕੀ ਇਹ ਰਸ ਭੋਗ। ਵਾਹਿਗੁਰੂ ਜੀ ਦੇ ਨਾਮ ਨੂੰ ਭੁਲਾ ਕੇ ਜੋ ਰਸ ਲੈਣਾ ਕੀਤੇ ਭੋਗ ਭੋਗੇ। ਇਹਨਾਂ ਕਰਤੂਤਾਂ ਕਾਲੀਆਂ ਕਰਕੇ ਹੀ ਤਾਂ ਸਰੀਰ ਸਾਡੇ ਬਰਬਾਦ ਹੋਏ ਨੇ। ਦੋ ਬਿਮਾਰੀਆਂ ਤੋਂ ਬੰਦਾ ਬਚ ਜਾਏ ਤਾਂ ਬੰਦਾ ਬੁੱਢਾ ਨਹੀਂ ਹੁੰਦਾ, ਕਿਤੇ ਡਿੱਗਦਾ ਨਹੀਂ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਇਹ ਦੋ ਬਿਮਾਰੀਆਂ ਸਰੀਰ ਨੂੰ ਗਾਲ ਸੁੱਟਦੀਆਂ ਨੇ। ਜੇ ਜਤੀ ਸਤੀ ਰਹੂਗਾ ਤਾਂ ਚੜ੍ਹਦੀ ਕਲਾ ਰਹੇਗੀ। ਦੋ ਬਿਮਾਰੀਆਂ ਆਉਣ ਦੇ ਨਾਲ ਹੀ ਸਰੀਰ ਡਿੱਗ ਪੈਂਦਾ, ਨਿਢਾਲ ਹੋ ਜਾਂਦਾ। ਸਾਰੀਆਂ ਬਿਮਾਰੀਆਂ ਘੇਰਾ ਕੱਤ ਕੇ ਖਲੋ ਜਾਂਦੀਆਂ ਨੇ। ਕਾਮ ਕ੍ਰੋਧ ਕਾਇਆ ਕੋ ਗੱਲ ਹੈ, ਜੋ ਕੰਜਰ ਸੁਹਾਗਾ ਟੋਲਾ। ਇਸ ਲਈ ਨਾਮ ਵਿਸਾਰ ਇਹ ਰਸ ਭੋਗ ਤਾਂ ਤਨ ਉੱਠ ਖਲੋਏ ਰੋਗ। ਸਰੀਰ ਦੇ ਉੱਪਰ ਜਿਹੜੇ ਰੋਗ ਨੇ ਇਹ ਆਪਣੀਆਂ ਸੋ ਮਾੜੀਆਂ ਕਰਤੂਤਾਂ ਕਰਕੇ ਪੈਦਾ ਹੁੰਦੇ ਹਨ। ਲੈ ਬਿਗਸੈ ਤੀਤੋ ਸੂਗ। ਜੀਵ ਜਿਤਨਾ ਇਸਤਰੀਆਂ ਦੇ ਨਾਲ ਹੀਲਾ ਕਰੀੜਾ ਕਰਦਾ ਹੋਇਆ ਬਿਗਸੈ ਖੁਸ਼ ਹੁੰਦਾ ਹੈ, ਉਨਾ ਹੀ ਉਹਨੂੰ ਕੰਮ ਪ੍ਰਾਪਤ ਹੁੰਦਾ ਹੈ। ਉਹ ਰੋਂਦਾ ਰਹਿੰਦਾ ਹੈ, ਉਹਨਾਂ ਇਸਤਰੀਆਂ ਦੇ ਵਿਜੋਗ ਕਰਕੇ ਸੋਗ ਦੇ ਸਹਿਤ ਰਹਿੰਦਾ ਹੈ। ਮੈਂ ਸੁਣਿਆ ਕਿ ਮਹਾਰਾਜਾ ਭੁਪਿੰਦਰ ਸਿੰਘ ਜੀ ਪਟਿਆਲੇ ਵਾਲੇ 250 ਰਾਣੀਆਂ ਸੀਗੀਆਂ, ਪਰ ਜਿਸ ਵਕਤ ਮੌਤ ਆਈ ਤਾਂ ਸਰੀਰ ਕੋੜੀ ਤੇ ਕਲੰਗੀ ਹੋ ਗਿਆ, ਬਿਮਾਰੀ ਗ੍ਰਸਤ, ਸਾਹ ਉਠ ਗਿਆ, ਨਾ ਅੰਦਰ ਨਾ ਬਾਹਰ, ਬੜਾ ਔਖਾ। ਬਾਬਾ ਨਾਨਕ ਸਿੰਘ ਜੀ ਨਾਨਕਸਰ ਕਲੇਰਾਂ ਵਾਲਿਆਂ ਨੂੰ ਕਹਿੰਦੇ ਸਦੀਆਂ ਭੇਜਿਆ। ਤਾਂ ਇਸ ਤਰ੍ਹਾਂ ਉਹਨਾਂ ਦੇ ਜਿਹੜੇ ਉਸਤਾਦ ਬਾਬਾ ਮਾਹਰ ਨਾਮ ਸਿੰਘ ਜੀ ਪਚੋਲੇ, ਉਹਨਾਂ ਫਿਰ ਕਿਰਪਾ ਦੀ ਦ੍ਰਿਸ਼ਟੀ ਪਾਈ ਤੇ ਫਿਰ ਸਵਾਸ ਹੋਏ ਸਨ। ਇਸ ਲਈ ਇਹ ਅੰਤ ਨੂੰ ਰੋਗਾਂ ਦਾ ਕਾਰਨ ਹਨ। ਜਿੰਨਾ ਵੀ ਖੇਡਦਾ ਕਰੀੜਾ ਕਰਦਾ ਉਹਨਾਂ ਹੀ ਸੋਗ ਗਮ ਅਫਸੋਸ ਰਹਿੰਦਾ ਹੈ। ਪ੍ਰਭ ਸਰਨਾਗਤ ਕੀਨਸ ਹੋਗਾ। ਜੋ ਪ੍ਰਮਾਤਮਾ ਦੀ ਸ਼ਰਨ ਵਿੱਚ ਆਏ ਨੇ ਉਹ ਇਹ ਨਿਸ਼ਚਾ ਕਰਦੇ ਨੇ ਕਿ ਪ੍ਰਭੂ ਜੋ ਵੀ ਕੁਝ ਕਰਦਾ ਉਹੀ ਹੋਗ ਹੁੰਦਾ ਹੈ। ਇਸ ਲਈ ਮੁਸਲਮਾਨਾਂ ਦੇ ਵਿੱਚ ਤਾਂ ਭਾਵੇਂ ਜਿੰਨੇ ਮਰਜ਼ੀ ਕੋਈ ਨਿਕਾਹ ਪੜ੍ਹਾ ਲਵੇ ਉਹਨਾਂ 'ਚ ਚੱਲਦਾ ਹੈ, ਪਰ ਸਾਡੇ ਗੁਰਮਤਿ ਮਰਿਆਦਾ ਦੇ ਵਿੱਚ ਇਹ ਨਿਯਮ ਹੈ ਕਿ ਆਨੰਦ ਕਾਰਜ ਇੱਕ ਨਾਲ ਹੀ ਇਨਸਾਨ ਕਰਵਾ ਸਕਦਾ ਗੁਰੂ ਸਾਹਿਬ ਦੀ ਹਜ਼ੂਰੀ ਦੇ ਵਿੱਚ। ਇਸ ਲਈ ਉਹ ਵੀ ਗੁਰਮਤਿ ਦੇ ਮੁਤਾਬਕ। ਇਸ ਲਈ ਇਹ ਮਹਾਰਾਜ ਸੱਚੇ ਪਾਤਸ਼ਾਹ ਜੀ ਉਪਦੇਸ਼ ਬਖਸ਼ਦੇ ਨੇ। ਦੇਖ ਬੁਰਾਈਆਂ ਚੰਗੀਆਂ ਮਾਵਾਂ ਭੈਣਾਂ ਦੀਆਂ ਜਾਣੈ, ਏਕਾ ਨਾਰੀ ਜਤੀ ਹੋਏ ਪਰ ਨਾਰੀ ਦੀ ਭੈਣ ਬਖਾਣੈ। ਕਾਮੜ ਮਹਿਰਸ ਆਦਿਕ ਸੀਗਾਰ। ਜੋ ਤੁਸੀਂ ਸੋਹਣੇ ਸੋਹਣੇ ਕੱਪੜੇ ਪਹਿਨਦੀਆਂ ਹੋ ਤੇ ਬਹੁਤ ਸ਼ਿੰਗਾਰ ਹਾਰ ਸ਼ਿੰਗਾਰ ਕਰਦੀਆਂ, ਜਿੰਨੇ ਬਾਜ਼ਾਰ ਨੇ ਉਹ ਸਾਰੇ ਬੀਬੀਆਂ ਦੇ ਕੱਪੜਿਆਂ ਦੇ ਨਾਲ ਹੀ
ਤੇ ਹਾਰਾਂ ਸ਼ਿੰਗਾਰਾਂ ਦੇ ਸਮਾਨ ਨਾਲ ਹੀ ਭਰੇ ਹੋਏ ਹਨ। ਮਾਟੀ ਫੂਲੀ ਰੂਪ ਵਿਕਾਰ, ਇਹ ਤਾਂ ਜਵਾਨ ਅਵਸਥਾ ਰੂਪੀ ਸੂਰਜ ਚੰਨ ਕਰਕੇ ਦੇਹ ਰੂਪੀ ਮੱਟੀ ਫੁੱਲੀ ਹੋਈ ਹੈ। ਇਹ ਸੁੰਦਰ ਰੂਪ ਅੰਦਰੋਂ ਵਿਕਾਰ ਹੋਇਆ, ਬਦਲ ਜਾਣ ਵਾਲਾ ਹੈ। ਆਸਾ ਮਨਸਾ ਬੰਦੂ ਬਾਰ, ਪਦਾਰਥਾਂ ਦੀਆਂ ਆਸਾ ਤੇ ਵਿਸ਼ਿਆਂ ਦੀ ਵਾਸਨਾ ਵਾਲੇ ਪਰਮਾਤਮਾ ਦੇ ਦੁਆਰ ਵਿੱਚ ਭੱਜੇ ਜਾਂਦੇ ਹਨ। ਨਾਮ ਬਿਨਾ ਸੁਨਾ ਘਰ ਬਾਰ, ਪਰਮਾਤਮਾ ਦੇ ਨਾਮ ਤੋਂ ਬਿਨਾ ਹਿਰਦਾ ਰੂਪੀ ਘਰ ਅਤੇ ਬਾਰ ਦਰਵਾਜ਼ਾ ਮੁਖ ਖਾਲੀ ਹੀ ਰਹਿ ਜਾਂਦਾ ਹੈ। ਗਾਛੋ ਪੁੱਤਰੀ ਰਾਜਕੁਮਾਰ, ਇਹ ਰਾਜਕੁਮਾਰੀਓ, ਰਾਜਦਾਸੀਓ ਤੇ ਸਾਡੀਓ ਪੁੱਤਰੀਓ ਧੀਓ। ਇੱਥੇ ਮਹਾਰਾਜ ਨੇ ਜੋ ਦੇਖ ਪੁਰਾਈਆਂ ਚੰਗੀਆਂ ਮਾਵਾਂ ਭੈਣਾਂ ਧੀਆਂ ਜਾਣ ਵਾਲੇ ਅਸੂਲ ਨੂੰ ਅਪਣਾਉਂਦਿਆਂ ਹੋਇਆਂ ਇਹੋ ਅੱਖਰ ਵਰਤਿਆ ਹੈ। ਤੁਸੀਂ ਇਥੋਂ ਗਾਸ਼ੋ ਚਲੀਆਂ ਜਾਵੋ। ਨਾਮ ਪੜੋ ਸੱਚ ਦੂਤ ਸਵਾਰ, ਅਤੇ ਦੂਤ ਅੰਮ੍ਰਿਤ ਵੇਲੇ ਨੂੰ ਸਵਾਰ ਕੇ ਸੰਭਾਲ ਕੇ ਸੱਚੇ ਪਰਮਾਤਮਾ ਦਾ ਨਾਮ ਪੜੋ, ਉਚਾਰਨ ਕਰੋ। ਜਾਂ 2 ਦਿਨ ਚੜ੍ਹਦੇ ਤੋਂ ਹੀ ਸੱਚੇ ਪ੍ਰਭੂ ਦਾ ਨਾਮ ਉਚਾਰਨ ਕਰੋ। ਇਉਂ ਤੁਸੀਂ ਆਪਣੇ ਜੀਵਨ ਨੂੰ ਸੰਭਾਲ ਲਵੋਗੀਆਂ। ਜੇ ਨਾਮ ਉਚਾਰਨ ਕਰੋਗੀਆਂ ਤਦੋਂ ਉਹ ਸੱਚੀ ਦਾ ਪ੍ਰੋ ਗਿਆਨ ਰੂਪੀ ਦਿਨ ਉਦੇ ਹੋ ਜਾਵੇਗਾ ਤੇ ਤੁਹਾਡਾ ਜੀਵਨ ਸਫਲ ਹੋ ਜਾਵੇਗਾ। ਨਾਮ ਜਪੋ ਤੇ ਸੱਚੀ ਸ਼ੁਭ ਗੁਣਾਂ ਦੀ ਸੁੰਦਰਤਾ ਦੇ ਨਾਲ ਆਪਾਂ ਸਵਾਰਨਾ ਕਰੋ। ਜਦੋਂ ਸੁਸਤੀ ਪੈਂਦੀ ਹੈ, ਸਰੀਰ ਨਟਾਲ ਹੁੰਦਾ ਤਾਂ ਸਮਝ ਲਓ ਕਿ ਇਨਸਾਨ ਦੇ ਵਿੱਚ ਕਮੀ ਹੈ। ਉਹਨੇ ਆ ਗੁਰੂ ਨਾਨਕ ਸਾਹਿਬ ਦੇ ਬਚਨ ਨੂੰ ਨਹੀਂ ਮੰਨਿਆ। ਪ੍ਰਯੋ ਸੇਵਾ ਹੋ ਪ੍ਰਭ ਪ੍ਰੇਮ ਆਧਾਰ, ਜਾਓ ਮੇਰੇ ਧੀਓ, ਆਪਣੀਆਂ ਪਤੀਆਂ ਦੀ ਸੇਵਾ ਕਰੋ। ਜਾ ਕੇ ਆਪਣੇ ਜੋ ਤੁਹਾਡੇ ਪਤੀ ਨੇ ਉਹਨਾਂ ਦੀ ਸੇਵਾ ਕਰੋ ਤੇ ਹਿਰਦੇ ਵਿੱਚ ਪਰਮਾਤਮਾ ਦੇ ਪ੍ਰੇਮ ਦਾ ਆਸਰਾ ਲਵੋ। ਜਾਂ ਸਭ ਦੇ ਆਸਰਾ ਲਓ। ਪ੍ਰਭੂ ਪਤੀ ਨੂੰ ਪ੍ਰੇਮ ਨਾਲ ਸੇਵਨਾ ਕਰੋ। ਗੁਰ ਸਾਬਤੀ ਵਿਖ ਤਿਆਸ ਨਿਵਾਰ, ਗੁਰਾਂ ਦੇ ਉਪਦੇਸ਼ ਦੀ ਕਮਾਈ ਕਰਕੇ ਜ਼ਹਿਰ ਵਿਸ਼ਿਆਂ ਦੀ ਤ੍ਰੇਹ ਨੂੰ ਦੂਰ ਕਰ ਦੇਵੋ। ਮੋਹਨ ਮੋਹਿ ਲਿਆ ਮਨ ਮੋਹਿ, ਸਤਿਗੁਰਾਂ ਦੇ ਐਸੇ ਬਚਨ ਸੁਣ ਕਰਕੇ ਉਹਨਾਂ ਨੂੰ ਆਪਣੇ ਜੀਵਨ ਉੱਪਰ ਬਹੁਤ ਸ਼ਰਮ ਆਈ ਤੇ ਸਤਿਗੁਰਾਂ ਤੋਂ ਮੁਆਫੀ ਮੰਗੀ। ਫਿਰ ਉਹਨਾਂ ਨੇ ਬੇਨਤੀ ਕੀਤੀ ਕਿ हे ਮਹਾਰਾਜ, ਸਾਡੇ ਸਰੂਪ ਨੂੰ ਦੇਖ ਕੇ ਤੁਹਾਡੇ ਤੋਂ ਪਹਿਲਾਂ ਆਉਣ ਵਾਲੇ ਸਾਰੇ ਹੀ ਮੋਹਤ ਹੋ ਗਏ ਸਨ। ਤੁਸੀਂ ਸਾਨੂੰ ਵੇਖ ਕੇ ਮੋਹਤ ਕਿਉਂ ਨਹੀਂ ਹੋਏ? ਤਦੋਂ ਸਤਿਗੁਰਾਂ ਨੇ ਕਿਹਾ ਕਿ ਸੰਸਾਰ ਦੀ ਰੀਤੀ ਹੀ ਚੱਲੀ ਆਉਂਦੀ ਹੈ ਕਿ ਇੱਕ ਇਸਤਰੀ ਦੂਜੀ ਇਸਤਰੀ ਨੂੰ ਆਪਣੇ ਸਰੂਪ ਤੇ ਮੋਹਤ ਨਹੀਂ ਕਰ ਸਕਦੀ। ਮੈਂ ਵੀ ਤਾਂ ਇੱਕ ਕਾਲਮੁਖ ਦੀ ਇਸਤਰੀ ਹੀ ਹਾਂ। ਜਨਾਨੀ ਤੇ ਜਨਾਨੀ ਡੋਰੇ ਨਹੀਂ ਪਾ ਸਕਦੀ, ਬੰਦੇ ਤੇ ਸੁੱਟ ਸਕਦੀ। ਇਹ ਮੋਹਨ ਮੋਹਿ ਲਿਆ ਮਨ ਮੋਹਿ, ਮੋਹਿਤ ਕਰਨ ਵਾਲੇ ਪਰਮਾਤਮਾ ਨੇ ਤਾਂ ਮੇਰਾ ਮਨ ਪਹਿਲਾਂ ਹੀ ਆਪਣੇ ਤੇ ਮੋਹਿਤ ਕਰ ਲਿਆ। ਗੁਰ ਕਾ ਸ਼ਬਦ ਪਛਾਨਾ ਤੂੰ, ਅਤੇ ਉਸ ਗੁਰੂ ਅਕਾਲ ਪੁਰਖ ਦੇ ਉਪਦੇਸ਼ ਕਰਕੇ ਮੈਂ ਤੁਹਾਨੂੰ ਪਹਿਚਾਨਣਾ ਕੀਤਾ ਹੈ, ਤੁਹਾਨੂੰ ਪਹਿਚਾਨ ਲਿਆ। ਭਾਵ ਤੁਹਾਡਾ ਰੂਪ ਨਾਸ਼ਵੰਤ, ਇਹ ਸਾਰਾ ਤਨ ਗੰਦਗੀ ਦੇ ਨਾਲ ਭਰਿਆ ਹੋਇਆ, ਅੱਖਾਂ ਚੋਂ ਢਿੱਡ ਵਗਦੀ ਹੈ, ਕੰਨਾਂ 'ਚ ਮੈਲ, ਨੱਕ 'ਚ ਸੀਂੜ, ਇਸ ਲਈ ਤੁਹਾਡੇ ਨਾਲ ਵੀ ਮੋਹ ਕਰਦਾ ਸਰੀਰ ਨਾਲ। ਜਾਂ हे ਪ੍ਰਭੂ, ਗੁਰਾਂ ਦੇ ਉਪਦੇਸ਼ ਦੁਆਰਾ ਮੈਂ ਤੁਹਾਨੂੰ ਸਤਿ ਆਨੰਦ ਸਰੂਪ ਪਹਿਚਾਨਣਾ ਕੀਤਾ ਹੈ। ਫਿਰ ਉਹਨਾਂ ਪਦਮਣੀਆਂ ਨੇ ਬੇਨਤੀ ਕੀਤੀ ਕਿ हे ਮਹਾਰਾਜ, ਸਾਨੂੰ ਬਖਸ਼ ਲਵੋ। ਤਦੋਂ ਸਤਿਗੁਰੂ ਜੀ ਪ੍ਰਭੂ ਦੇ ਸਨਮੁਖ ਬੇਨਤੀ ਪੂਰਵਕ ਉਚਾਰਨ ਕਰਦੇ ਨੇ। ਨਾਨਕ ਕਾਟੇ ਚਾਹੈ ਪ੍ਰਭੂ ਦੁਆਰ, ਸਤਿਗੁਰੂ ਜੀ ਫਰਮਾਉਂਦੇ ਨੇ ਕਿ हे ਪ੍ਰਭੂ, ਅਸੀਂ ਸਭ ਜੀਵ ਤੇਰੇ ਸਤਸੰਗਤ ਰੂਪ ਦਰ ਤੇ ਖੜੇ ਹੋਏ ਆਪਣੇ ਆਪ ਨੂੰ ਬਖਸ਼ਾਉਣਾ ਕਰਦੇ ਆ, ਤੇਰਾ ਦਰਸ਼ਨ ਚਾਹੁੰਦੇ ਆ, ਤੇਰੇ ਨਾਮ ਕਰਕੇ। ਤੇਰੇ ਨਾਮ ਸੰਤੋਖੇ ਕਿਰਪਾ ਧਾਰ, ਭਾਵੇਂ ਜਨਾਂ ਦੇ ਚਿੱਤ ਸੰਦੋਖ ਦੇ ਸਹਿਤ ਹੋਏ ਨੇ, ਤੂੰ ਸਾਡੇ ਉੱਪਰ ਵੀ ਆਪਣੀ ਕਿਰਪਾ ਮਿਹਰ ਦੀ ਦ੍ਰਿਸ਼ਟੀ ਧਾਰਨ ਕਰ।
ਇਹ ਉਪਦੇਸ਼ ਸੁਣ ਕੇ ਉਹਨਾਂ ਪਦਮਣੀਆਂ ਦੀ ਸਾਰੀ ਮੰਦ ਵਾਸ਼ਨਾ ਨਿਵਰਤ ਹੋ ਗਈ ਕਿ ਉਹਨਾਂ ਨੇ ਪ੍ਰਣ ਕੀਤਾ ਕਿ ਅੱਜ ਤੋਂ ਬਾਅਦ ਅਸੀਂ ਇਹ ਕੰਮ ਕਦੀ ਨਹੀਂ ਕਰਾਂਗੇ, ਆਪਣੇ ਪਤੀਵਰਤਾ ਧਰਮ 'ਚ ਪ੍ਰਪੱਕ ਰਹਾਂਗੀਆਂ। ਤੇ ਉਹ ਸਤਿਗੁਰਾਂ ਦੇ ਚਰਨਾਂ 'ਤੇ ਨਮਸਕਾਰ ਕਰਕੇ ਰਾਜੇ ਸ਼ਿਵਨਾਥ ਕੋਲ ਗਈਆਂ ਤੇ ਜਾ ਕੇ ਕਿਹਾ ਕਿ ਪੂਰਨ ਪੁਰਖ ਮਹਾਂਪੁਰਖ ਸ੍ਰੀ ਗੁਰੂ ਨਾਨਕ ਦੇਵ ਜੀ ਹੀ ਹਨ, ਤੁਸੀਂ ਜਾ ਕੇ ਉਹਨਾਂ ਦੀ ਸ਼ਰਨ 'ਚ ਪੈਣਾ ਕਰੋ। ਇਤਨੇ ਵਚਨ ਸੁਣ ਕੇ ਰਾਜਾ ਸ਼ਿਵਨਾਥ ਸਤਿਗੁਰਾਂ ਦੇ ਦਰਸ਼ਨ ਕਰਨ ਚੱਲ ਪਿਆ। ਉਸ ਬਾਗ ਵਿੱਚ ਛੋਟਾ ਜਿਹਾ ਮੰਦਿਰ ਮਕਾਨ ਬਣਿਆ ਹੋਇਆ ਸੀ। ਸਤਿਗੁਰੂ ਜੀ ਰਾਜੇ ਨੂੰ ਆਉਂਦਾ ਵੇਖ ਕੇ ਉਸ ਮੰਦਿਰ 'ਚ ਦਾਖਲ ਹੋ ਗਏ ਤੇ ਦਰਵਾਜ਼ਾ ਕਰ ਲਿਆ ਬੰਦ ਕਿ ਪੁੱਤ ਹੁਣ ਮੇਰੀ ਵਾਰੀ ਹੈ। ਉਹ ਹੱਸਦਾ ਹੋ ਗਿਆ, ਤੇਰੀ ਵਾਰੀ ਖਤਮ ਹੋਈ। ਉਹ ਆਪਦਾ ਸਾਰਾ ਜ਼ੋਰ ਲਾ ਲਿਆ, ਕਿਸੇ ਮਹਾਂਪੁਰਖ ਕੋਲ ਕੋਈ ਜਨਾਨੀ ਭੇਜਣੀ, ਉਹਦੀ ਬੇਦਬੀ ਹੈ, ਪਰਖ ਕਰਨੀ ਕਿਸੇ ਦੀ। ਗੁਰੂ ਨਾਨਕ ਸਾਹਿਬ ਦੀ ਬੇਦਬੀ ਕੀਤੀ ਨਾ ਰਾਜੇ ਨੇ, ਚਲੋ ਪੁੱਤ ਹੁਣ ਤੇਰੀ ਮੈਂ ਪਰਖ ਕਰਦਾ। ਦਰਵਾਜ਼ਾ ਕਰ ਲਿਆ ਬੰਦ। ਉਸ ਵੇਲੇ ਰਾਜੇ ਨੇ ਸਤਿਗੁਰਾਂ ਪਾਸ ਜੋ ਬੇਨਤੀਆਂ ਕੀਤੀਆਂ, ਇਹ ਦਰਸ਼ਨ ਪ੍ਰਾਪਤ ਕੀਤਾ। ਉਹ ਸ਼ਬਦ ਪਿੱਛੇ ਮਾਰੂ ਰਾਗ ਦੇ ਉੱਪਰ, ਮਾਰੂ ਰਾਗ ਦੇ ਅੰਦਰ 992 ਅੰਗ ਦੇ ਉੱਪਰ ਆ ਚੁੱਕਾ ਹੈ। ਸੋ ਅੱਗੇ ਹੁਣ ਇਥੋਂ ਅਗਲਾ ਸ਼ਬਦ ਨਵੇਂ ਪ੍ਰਕਰਮ ਦਾ ਚੇਂਜ ਹੋ ਰਿਹਾ। ਸਤਿਗੁਰੂ ਮਹਾਰਾਜ ਪਹਿਲੇ ਪਾਤਸ਼ਾਹ ਦੀ ਹੋਈ ਬਾਣੀ ਹੈ, ਪਰ ਨਵਾਂ ਪ੍ਰਕਰਮ ਆਰੰਭ ਹੋ ਰਿਹਾ। ਪਿਆਰ ਨਾਲ ਸੁਣੋ ਜੀ। ਰਾਜਾ ਸ਼ਿਵਨਾਥ ਦੀ ਸਾਖੀ ਇੱਥੇ ਸਮਾਪਤ ਹੁੰਦੀ ਹੈ। ਗੱਜ ਕੇ ਆਖੋ ਸਤਿਨਾਮ ਸ੍ਰੀ ਵਾਹਿਗੁਰੂ ਜੀ। ਬਸੰਤ ਮਹੱਲਾ ਪਹਿਲਾ। ਪਹਿਲੇ ਪਾਤਸ਼ਾਹ ਸਤਿਗੁਰੂ ਨਾਨਕ ਦੇਵ ਸਾਹਿਬ ਬਸੰਤ ਰਾਗ ਵਿੱਚ ਇਹ ਪਾਵਨ ਸ਼ਬਦ ਉਚਾਰ ਰਹੇ ਨੇ। ਮਨ ਭੂਲੋ ਭਰਮਸ ਆਈ ਜਾਏ। हे ਭਾਈ, ਇਹ ਮਨ ਆਪਣੇ ਸਰੂਪ ਤੋਂ ਭੁੱਲਾ ਹੋਇਆ ਭਰਮਦਾ ਰਹਿੰਦਾ ਹੈ ਅਤੇ ਸੰਕਲਪਾਂ ਵਿਕਲਪਾਂ ਵਿੱਚ ਆਉਂਦਾ ਜਾਂਦਾ ਰਹਿੰਦਾ ਹੈ। ਮਤ ਲੁਭਦ ਲੁਭਾਂਦਾਓ ਵੇਖਮ ਮਾਇ। ਬਹੁਤ ਹੀ ਕਠਿਨ ਮਾਇਆ ਵਿੱਚ ਲਾਲਚੀ ਹੋ ਕੇ ਸ਼ਿਕਾਰੀ ਵਾਂਗ ਲੁਭਾਈ ਮਨ ਹੋ ਰਿਹਾ। ਨਹਿ ਆਸਥਿਰ ਦਿਸੈ ਏਕ ਭਾਇ। ਇਹ ਮਾਇਆ ਇੱਕ ਰਸ ਅਸਥਿਤ ਨਹੀਂ ਦਿਖਦੀ ਹੈ। ਜਿਉ ਮੀਨ ਕੁੰਡਲੀਆ ਕੰਠ ਪਾਇ। ਮੱਛੀ ਕੁੰਡੀ ਚ ਆਪਣੇ ਗਲੇ ਵਿੱਚ ਪਾ ਲੈਂਦੀ ਹੈ, ਇਉਂ ਜੀਵ ਨੂੰ ਮੱਛੀ ਨੇ ਮੂਰਖ ਕੁੰਡੀ ਨੂੰ ਆਪਣੇ ਹਿਰਦੇ ਰੂਪ ਕੰਠ ਦੇ ਵਿੱਚ ਪਾਇਆ ਹੋਇਆ ਹੈ। ਮਛਲੀ ਜਾਲ ਨਾ ਜਾਣਿਆ ਸਰਕਾਰਾ ਅਲਗਾਹੋ, ਅਤ ਸਿਆਣੀ ਸੋਹਣੀ ਕਿਉਂ ਕੀਤੋ ਬੇਸਾਹ। ਮਨ ਭੁਲਾਓ ਸਮਝ ਸਾਚਨਾ। ਆਪਣੇ ਸਰੂਪ ਤੋਂ ਭੁੱਲਿਆ ਹੋਇਆ ਇਹ ਮਨ ਸੱਚੇ ਨਾਮ ਕਰਕੇ ਹੀ ਸਮਝ ਸਕਦਾ ਹੈ। ਗੁਰ ਸ਼ਬਦ ਵਿਚਾਰੇ ਸਹਿਜ ਭਾਈ। ਗੁਰਾਂ ਦੇ ਉਪਦੇਸ਼ ਦੀ ਵਿਚਾਰ ਕਰਨ ਨਾਲ ਸ਼ਾਂਤੀ ਸੁਭਾਅ ਪ੍ਰਾਪਤ ਹੋ ਜਾਂਦਾ ਜਾਂ ਸੁਦੇ ਸਿੱਧੀ ਗਿਆਨ ਦਾ ਪ੍ਰਕਾਸ਼ ਹੋ ਜਾਂਦਾ ਹੈ। ਇਸਲਾਮ ਦੇ ਕਰ ਪ੍ਰਮਾਣ ਕਰਦੇ ਨੇ। ਮਨ ਭੁਲਾਓ ਭਰਮਸ ਭਵਰ ਤਾਰ। ਇਹ ਮਨ ਆਪਣੇ ਸਰੂਪ ਤੋਂ ਭੁੱਲਾ ਹੋਇਆ ਭੌਰੇ ਦੀ ਤਰ੍ਹਾਂ ਭੌਰੇ ਵਾਂਗ ਵਿਸ਼ਿਆਂ ਦੀ ਸੁਣਨ ਵਾਸਤੇ ਭਰਮਦਾ ਰਹਿੰਦਾ ਹੈ। ਜਿਵੇਂ ਜਲ ਜੁਲਾਹਾ ਲੰਮੀਆਂ ਲੱਤਾਂ ਦੇ ਮੱਖੀ ਦੇ ਵਰਗਾ ਕੀੜਾ ਪਾਣੀ ਦੀ ਘੁੰਮਣ ਘੇਰੀ ਦੇ ਉੱਪਰ ਆਲੇ ਦੁਆਲੇ ਘੁੰਮਦਾ ਰਹਿੰਦਾ, ਇਸੇ ਪ੍ਰਕਾਰ ਹੀ ਮਨ ਰੂਪ ਜਲ ਜੁਲਾਹਾ ਮਾਇਆ ਦੀ ਵਾਸ਼ਨਾ ਰੂਪ ਘੁੰਮਣ ਘੇਰੀ ਦੇ ਆਲੇ ਦੁਆਲੇ ਘੁੰਮਦਾ ਰਹਿੰਦਾ ਹੈ। ਬਿਲ ਬਿਰਥੀ ਚਾਹੈ ਬਹੁ ਵਿਕਾਰ। ਸਰੀਰ ਕੋਟ 'ਚ ਬੈਠਾ ਹੋਇਆ ਅੰਤਰਕਰਨ ਵਿਅਰਥ ਹੀ ਬਹੁਤੇ ਵਿਕਾਰਾਂ ਨੂੰ ਭੋਗਣਾ ਚਾਹੁੰਦਾ ਹੈ। ਜਾਂ ਮਿਲ ਗੁੱਡ ਭਾਵ ਕੋਲ ਕਰ ਸਮੇਤ ਇੰਦਰੀ ਵਿਅਰਥ ਨੇ ਜੋ ਬਹੁਤੇ ਵਿਕਾਰਾਂ ਨੂੰ ਚਾਹੁੰਦੇ ਹਨ। ਮੈਂ ਗਲ ਜੂ ਪਾਸਸ ਕੰਮ ਨਹਾਰ। ਮੈਂ ਗਲ ਜੂ ਪਾਸਸ ਕਾਮ ਹਾਰ। ਜਿਵੇਂ ਕਾਮੀ ਹਾਥੀ ਕਲਬੂਤ ਦੀ ਹਸਤੀ ਵੇਖ ਕੇ ਉਸ ਨਾਲ ਸਪਰਸ਼ ਕਰਨ ਲਈ ਟੋਏ ਵਿੱਚ ਡਿੱਗ ਕੇ ਫਸ ਜਾਂਦਾ ਹੈ।
ਫਿਰ ਉਸ ਨੂੰ ਕਾੜ ਬੰਧਨ ਬਾਧਿਓ ਸੀਸ ਮਾਰ। ਉਹ ਕੜ ਕੱਸ ਕੇ ਉਹਨੂੰ ਸੰਗਲਾਂ ਦੇ ਬੰਧਨਾਂ ਨਾਲ ਬੰਨ੍ਹ ਦਿੰਦੇ ਨੇ ਤੇ ਉਹਦੇ ਸਿਰ ਉੱਪਰ ਕੁੰਡੇ ਦੀ ਮਾਰ ਪੈਂਦੀ ਹੈ। ਮਤਲਬ ਹਾਥੀ ਨੂੰ ਫੜਨ ਲਈ ਇੱਕ ਧਰਤੀ ਵਿੱਚ ਟੂਆ ਪੁੱਟ ਕੇ ਉਹਦੇ ਦੇ ਕਾਨਿਆਂ ਦੀ ਛੱਤ ਪਾ ਕੇ ਉੱਪਰ ਕਾਨੇ ਦੀ ਹਥਨੀ ਬਣਾ ਕੇ ਖੜੀ ਕਰ ਦਿੰਦੇ ਨੇ। ਜਦ ਹਾਥੀ ਉਸ ਨਾਲ ਸਪਰਸ਼ ਕਰਨ ਲਈ ਆਉਂਦਾ ਹੈ ਤਾਂ ਟੂਏ ਵਿੱਚ ਡਿੱਗ ਪੈਂਦਾ ਹੈ। ਮਾਰ ਮਾਰ ਕੇ ਭੁੱਖਾ ਰੱਖ ਕੇ ਆਪਣੀ ਬੋਲੀ ਉਹਨੂੰ ਸਿਖਾ ਕੇ ਸਰਕਸਾਂ ਵਾਲੇ ਜਿਹੜੇ ਲੋਕ ਨੇ ਉਹ ਲਾਲਚੀ ਨੂੰ ਕੱਢ ਲੈਂਦੇ ਨੇ। ਫਿਰ ਸਾਰੀ ਉਮਰ ਦੀ ਗੁਲਾਮੀ ਉਹਦੀ ਗੱਲ ਪੈ ਜਾਂਦੀ ਹੈ, ਕੁੰਡਿਆਂ ਦੀ ਮਾਰ ਖਾਂਦਾ। ਇੰਝ ਹਾਥੀ ਦੀ ਤਰ੍ਹਾਂ ਕਾਮੀ ਮਨੁੱਖ ਇਸਤਰੀ ਦਾ ਸਰੂਪ ਵੇਖ ਕੇ ਉਸ ਨਾਲ ਸਪਰਸ਼ ਹੋਣ ਵਾਸਤੇ ਮੋਹ ਰੂਪ ਉਹਦੇ ਵਿੱਚ ਇਹੋ ਜਿਹਾ ਡਿੱਗ ਪੈਂਦਾ ਹੈ ਕਿ ਮੁੜ ਕੇ ਇਸ ਘੁੰਮਣ ਕੇ ਲਈ ਗ੍ਰਸਤ ਦੀ ਜਲਨ ਵਿੱਚੋਂ ਨਿਕਲ ਨਹੀਂ ਸਕਦਾ। ਜਿਵੇਂ ਅੱਜ ਅਮਲ ਪਾਪੀ ਜਗ ਜਾਂਦੇ ਨਿਮਕ ਮਾਹੇ ਨਿਸਤਾਰਾ, ਉਹਨੂੰ ਤਾਂ ਸੰਤਾਂ ਦੀ ਸੰਗਤ ਹੋ ਗਈ ਪਰ ਹਰੇਕ ਨੂੰ ਥੋੜ੍ਹਾ ਹੋ ਗਈ। ਉਹ ਵੇਸ਼ਵਾਗਾਮੀ ਹੋ ਗਿਆ ਸੀਗਾ, 7 ਪੁੱਤਰ ਪੈਦਾ ਕੀਤੇ। ਇਉਂ ਜਿਹੜਾ ਜੀਵ ਹੈ ਉਹ ਸਾਰੀ ਉਮਰ ਡਿੱਗ ਕੇ ਗੁਲਾਮ ਬਣ ਜਾਂਦਾ ਵਿਕਾਰਾਂ ਦਾ। ਮਨ ਮੁਗਦਾ ਦਾਤਰ ਭਗਤਹੀਨ, ਜੋ ਰਾਗ ਦਵੈਤ ਰੂਪ ਸੰਗਲਾਂ ਦੇ ਬੰਧਨ ਨਾਲ ਕੱਸ ਕੇ ਬਚਾ ਹੋਇਆ ਸਿਰ ਉੱਪਰ ਤਰਕਾ ਰੂਪੀ ਜਮਾਂ ਦੀ ਡੰਡ ਰੂਪੀ ਕੁੰਡੇ ਦੀ ਮਾਰ ਸਹਾਰਦਾ ਹੈ। ਪਰਮਾਤਮਾ ਦੀ ਭਗਤੀ ਤੋਂ ਰਹਿਤ ਮਨ ਡੱਡੂ ਦੀ ਤਰ੍ਹਾਂ ਮੂਰਖ ਹੈ, ਜੋ ਵਿਸ਼ਾ ਰੂਪ ਚਿੱਕੜ ਵਿੱਚ ਹੀ ਟਪੂਸੀਆਂ ਮਾਰਦਾ ਰਹਿੰਦਾ ਜਾਂ ਮੋਰ ਪੀ ਚਿੱਕੜ 'ਚ ਫਸਿਆ ਹੋਇਆ ਵਿਸ਼ਾ ਰੂਪ ਜਾਲਾ ਖਾਂਦਾ ਰਹਿੰਦਾ ਹੈ। ਭ੍ਰਸ਼ਟ ਸਰਾਪੀ ਨਾਮ ਬੀਨ, ਪਰਮਾਤਮਾ ਦੇ ਨਾਮ ਤੋਂ ਰਹਿਤ ਹੋਣ ਕਰਕੇ ਸ਼ਰਾਬੀ ਹੋਈ ਬੁੱਧ ਵਾਲਾ ਜੀਵ ਪ੍ਰਭੂ ਦੀ ਦਰ ਵੱਲੋਂ ਭ੍ਰਸ਼ਟ ਡਿੱਗਿਆ ਹੋਇਆ ਹੈ। ਆਪੈ ਜਾਤ ਨਾ ਪਾਤੀ ਨਾਮ ਲੀਨ, ਜੋ ਪਰਮਾਤਮਾ ਦੇ ਨਾਮ 'ਚ ਲੀਨ ਹੋਏ ਨੇ ਉਹਨਾਂ ਦੇ ਪਾਸੋਂ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ। ਜਾਣੋ ਜੋਤ ਨਾ ਪੁੱਛੋ ਜਾਤੀ। ਭਾਈ ਮਰਦਾਨਾ ਜੀ ਨੂੰ ਕਾਨਪੁਰ ਦੀ ਨਦੀ ਤੇ ਦਿੱਲੀ ਦੇ ਨਜ਼ਦੀਕ ਕਿਸੇ ਤਰਕ ਮਾਰੀ। ਗੁਰੂ ਨਾਨਕ ਸਾਹਿਬ ਨੂੰ ਕਹਿਣ ਲੱਗੇ ਤੁਸੀਂ ਖੱਤਰੀ ਜਾਤ ਦੇ ਬੇਦੀ ਵੰਸ਼ ਵਿੱਚ ਪ੍ਰਗਟ ਹੋਏ, ਤੁਹਾਨੂੰ ਹੋਰ ਨਹੀਂ ਪਿੰਡ 'ਚ ਲੱਭਾ ਮਰਾਸੀ ਲੱਭਾ, ਨਾ ਮੂੰਹ ਨਾ ਮੱਥਾ ਨਾ ਜਾਤ ਨਾ ਬਾਤ। ਮਹਾਰਾਜ ਕਹਿੰਦੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਗੁਰਮੁਖਾ ਇਹ ਮਰਾਸੀ ਨਹੀਂ ਮੁਸਲਮਾਨ ਨਹੀਂ, ਇਹ ਤਾਂ ਬ੍ਰਾਹਮਣ ਹੈ। ਉਹ ਤਾਂ ਪਰਮਾਤਮਾ ਦੀ ਕੁਦਰਤ ਹੈ, ਉਹਨੇ ਜਿਸ ਕੁਲ 'ਚ ਜਨਮ ਦਿੱਤਾ ਲੈਣਾ ਹੀ ਪਊਗਾ। ਕਰਮਾਂ ਦੀ ਖੇਡ ਹੁੰਦੀ ਹੈ, ਕੋਈ ਨਾ ਕੋਈ ਘਾਟਾ ਵਾਧਾ ਹੋ ਜਾਂਦਾ, ਗਲਤੀ ਇਨਸਾਨ ਦੇ ਕੋਲੋਂ ਹੋ ਜਾਂਦੀ ਹੈ ਬਦੋ ਬਦੀ। ਫਿਰ ਮਹਾਰਾਜ ਨੇ ਸਾਖੀ ਸੁਣਾਈ। ਇਹ ਜਬੀ ਤੋਂ ਵੀ ਬ੍ਰਾਹਮਣ ਸੀਗਾ, ਨਿਤ ਅਰਦਾਸਾਂ ਕਰਦਾ ਹੁੰਦਾ ਸੀ ਕਿ ਮੈਨੂੰ ਵਾਹਿਗੁਰੂ ਜੀ ਦੀ ਸੰਗਤ ਮਿਲੇ। ਜਿਸ ਵਕਤ ਸਵਾਸ ਪੂਰੇ ਹੋਣ ਲੱਗੇ ਤਾਂ ਹੈਜ਼ਾ ਹੋ ਗਿਆ, ਨਮੂਨੀਆ ਹੋ ਗਿਆ, ਠੰਡ ਦੇ ਨਾਲ ਉਲਟੀਆਂ ਟੱਟੀਆਂ ਬੁਖਾਰ ਆਦਿ। ਤੇ ਉਦੋਂ ਹਸਪੀਟਲ ਦਾ ਹੁੰਦੇ ਨਹੀਂ ਸਨ। 10-10 ਪਿੰਡਾਂ ਦੇ ਵਿੱਚ ਮਸਾਂ ਕਿਤੇ ਇੱਕ ਅੱਧਾ ਵੈਦ ਹੋਣਾ। ਅੱਧੀ ਰਾਤ ਦਾ ਟਾਈਮ, ਕੋਈ ਨਾ ਮੋਟਰ ਨਾ ਗੱਡੀ ਨਾ ਸਾਈਕਲ ਨਾ ਸਕੂਟਰ, ਤੁਰ ਕੇ ਬੰਦੇ ਜਾਂਦੇ ਹੁੰਦੇ ਸੀ। ਸੋਚਿਆ ਵੀ ਮਹਾਤਮਾ ਨੂੰ ਹੁਣ ਅੱਧੀ ਰਾਤ 12 ਵਜੇ ਸਰਦੀਆਂ ਦੇ ਦਿਨ ਨੇ ਲਿਜਾਈਏ ਕਿੱਥੇ? ਦਿਨ ਚੜੂਗਾ ਫਿਰ ਵੇਖੀ ਜਾਊਗੀ, ਪਰ ਰਾਤ ਤਾਂ ਕੱਟੀਏ। ਉਹਨਾਂ ਨੂੰ ਹੋਰ ਤਾਂ ਕੋਈ ਸੁਝਿਆ ਨਾ। ਉੱਥੇ ਬਰਾਂਡੀ ਪਈ ਹੋਈ ਸੀਗੀ। ਪੁਰਾਣੀਆਂ ਮਾਈਆਂ ਜਦ ਬੱਚਿਆਂ ਨੂੰ ਮਾੜਾ ਮੋਟਾ ਖੰਘ ਜ਼ੁਕਾਮ ਹੋਵੇ ਤੇ ਉਹ ਚਮਚਾ ਭਰ ਕੇ ਬਰਾਂਡੀ ਰੱਖਦੀਆਂ। ਮੈਨੂੰ ਮੇਰਾ ਪਤਾ ਨਹੀਂ ਸੀ ਹੁੰਦਾ, ਜਦ ਪਤਾ ਲੱਗਾ ਮੈਂ ਕਿਹਾ ਵੀ ਆਪਾਂ ਤਾਂ ਨਹੀਂ ਇਹਦੇ ਲਾਗੋਂ ਨਹੀਂ ਲੱਗਣਾ। ਉਹ ਸ਼ਰਾਬ ਹੁੰਦੀ ਹੈ। ਕਈ ਫੀਮ ਦੀ ਗੋਲੀ ਵੀ ਖਾਂਦੇ ਨੇ ਤੇ ਖਵਾ ਵੀ ਦਿੰਦੇ ਨੇ। ਉਹ ਫਿਰ ਜਦ ਲੱਗ ਜਾਏ ਹੱਡਾਂ 'ਚ ਰੱਖ ਜਾਏ ਮੁੜ ਕੇ ਛੁੱਟਦੀ ਨਹੀਂ। ਬਲੱਡ ਪ੍ਰੈਸ਼ਰ ਦੀ ਗੋਲੀ ਵੀ, ਨੀਂਦ ਦੀ ਵੀ ਉਹ ਸਿੱਟਦਾ ਜਾਣੀ।
ਇਹ ਵੀ ਸਭ ਕੁਝ ਜੇ ਬਹੁਤਾ ਜ਼ਿਆਦਾ ਬੰਦਾ ਡੇਲੀ ਖਾਂਦਾ ਪਊਗਾ ਫਿਰ ਤਾਂ ਖੂਨ 'ਚ ਰਚ ਕੇ ਨੁਕਸਾਨ ਕਰੇਗੀ। ਇਸ ਲਈ ਇਹਨਾਂ ਤੋਂ ਬਚ ਕੇ ਰਹਿਣਾ ਚਾਹੀਦਾ। ਆਪੇ ਹੀ ਰੱਬ ਕਿਰਪਾ ਕਰਦਾ। ਜੋ ਬੰਦਾ ਕੰਮ ਕਰਦਾ ਥੱਕ ਜਾਏ ਆਪਣੇ ਆਪ ਹੀ ਨੀਂਦ ਆਉਂਦੀ ਹੈ। ਇਸ ਲਈ ਗੋਲੀਆਂ ਦੀ ਨਹੀਂ ਖਾਣੀਆਂ ਚਾਹੀਦੀਆਂ। ਬਿਮਾਰੀ ਆਈ ਹੈ ਹੌਲੀ ਹੌਲੀ ਚਲੀ ਵੀ ਜਾਏਗੀ। ਸੋ ਭਾਈ ਮਰਦਾਨਾ ਸਾਹਿਬ ਜੀ ਪਿਛਲੇ ਜਨਮ ਦੇ ਵਿੱਚ ਬ੍ਰਾਹਮਣ ਦੇ ਰੂਪ ਦੇ ਵਿੱਚ ਤਪ ਕਰ ਰਹੇ ਸੀ। ਸਾਰੀ ਉਮਰ ਤਪੱਸਿਆ ਕਰਦਿਆਂ ਅਰਦਾਸਾਂ ਕਰਦਿਆਂ ਗੁਜ਼ਰੀ। ਜਦ ਮੌਤ ਦਾ ਟਾਈਮ ਆਇਆ ਤਾਂ ਸੇਵਕਾਂ ਨੇ ਮੂੰਹ 'ਚ ਚਮਚਾ ਭਰ ਕੇ ਬਰਾਂਡੀ ਪਾ ਦਿੱਤੀ, ਸ਼ਰਾਬ ਪਾ ਦਿੱਤੀ। ਉਮਰ ਤਾਂ ਪੂਰੀ ਹੋ ਚੁੱਕੀ ਸੀ। ਮੂੰਹ 'ਚ ਸ਼ਰਾਬ ਪੈਣ ਤੋਂ ਸਵਾਸ ਨਿਕਲ ਗਏ। ਉਹ ਮੁਸਲਮਾਨਾਂ ਤੇ ਮਰਾਸੀਆਂ ਦੇ ਘਰ ਜਨਮ ਹੋਇਆ, ਪਰ ਭਗਤੀ ਕੀਤੀ ਵਿਅਰਥ ਨਹੀਂ ਜਾਂਦੀ। ਰੱਬ ਕਰ ਲਿਆ ਕਿਸੇ ਦਾ ਕਿਤੇ ਨਾ ਗਵਾਈ। ਇਸ ਲਈ ਭੁੱਲ ਕੇ ਵੀ ਨਸ਼ਿਆਂ ਦੇ ਕੋਲੋਂ ਦੀ ਨਹੀਂ ਲੰਘਣਾ ਚਾਹੀਦਾ। ਜੇ ਗੁਰਮੁਖਾ ਜਾਣੋ ਜੋਤ ਨਾ ਪੁੱਛੋ ਜਾਤੀ। ਜੋਤ ਨੂੰ ਜਾਣ। ਜੋਤਾਂ ਵਾਹਿਗੁਰੂ ਅਕਾਲ ਪੁਰਖ ਦੀ, ਇਹ ਤਾਂ ਮਹਾਤਮਾ ਹੈ। ਤੂੰ ਜਾ ਤੋਂ ਕੀ ਲੈਣਾ ਹੈ? ਇਸ ਲਈ ਜੋ ਪ੍ਰਮਾਤਮਾ ਦੇ ਨਾਮ ਚ ਲੀਨ ਹੋਏ ਨੇ ਉਹਨਾਂ ਦੇ ਪਾਸੋਂ ਕੋਈ ਜਾਤ ਪਾਤ ਨਹੀਂ ਪੁੱਛੀ ਜਾਂਦੀ। ਜੋ ਪ੍ਰਭੂ ਦੇ ਨਾਮ ਲੈਣ ਵੱਲੋਂ ਖਾਲੀ ਨੇ ਉਹਨਾਂ ਦੀ ਕੋਈ ਚੰਗੀ ਜਾਤੀ ਪਾਤੀ ਨਹੀਂ ਹੁੰਦੀ। ਪਾਵੋ ਭ੍ਰਿਸ਼ਟ ਹੋਏ ਮਨੁੱਖ ਨੇ ਜਿੰਨੀ ਮਰਜ਼ੀ ਉੱਚੀ ਕੁਲ ਵਿੱਚ ਭਾਵੇਂ ਪੈਦਾ ਹੋਏ ਹੋਣ। ਸਭ ਦੁਖ ਸਖਾਈ ਗੁਣ ਹੈ ਬੀਨ। ਜੋ ਪ੍ਰਮਾਤਮਾ ਦੇ ਗੁਣਾਂ ਤੋਂ ਬੀਨ ਰਹਿਤ ਨੇ ਉਹਨਾਂ ਦੇ ਸਾਰੇ ਦੁੱਖ ਕਸ਼ਟ ਹੀ ਸਾਥੀ ਬਣੇ ਰਹਿੰਦੇ ਨੇ। ਜਿਨ੍ਹਾਂ ਨੇ ਪ੍ਰਮਾਤਮਾ ਦੇ ਗੁਣਾਂ ਨੂੰ ਚੁਣ ਲਿਆ, ਪਾਪ ਗ੍ਰਹਿਣ ਕਰ ਲਿਆ, ਉਹਨਾਂ ਦੇ ਸਾਰੇ ਦੁੱਖ ਹੀ ਸੁਖਦਾਇਕ ਹੋ ਕੇ ਸਹਾਇਕ ਬਣ ਜਾਂਦੇ ਹਨ। ਮਨ ਚੱਲੈ ਨ ਜਾਈ ਠਾਕ ਰਾਖ। ਇਹ ਭਾਈ ਇਹ ਮਨ ਹੈ ਕਿਸੇ ਪਦਾਰਥਾਂ ਵਿੱਚ ਲਾਇਮਨ ਹੋ ਕੇ ਚਲਿਆ ਨਾ ਜਾਵੇ। ਇਸ ਲਈ ਇਸ ਨੂੰ ਰੋਕ ਕੇ ਰੱਖਣਾ ਕਰੋ। ਹਰ ਰਸ ਰਾਤੀ ਪਤ ਨ ਸਾਖ। ਪਰਮਾਤਮਾ ਦੇ ਪ੍ਰੇਮ ਚ ਰੰਗੇ ਤੋਂ ਬਿਨਾਂ ਜੀਵ ਦੀ ਇੱਥੇ ਕੋਈ ਇੱਜ਼ਤ ਨਹੀਂ ਰਹਿੰਦੀ ਤੇ ਪਰਲੋਕ ਵਿੱਚ ਵੀ ਉਸ ਦੀ ਗਵਾਹੀ ਨਹੀਂ ਕੋਈ ਦਿੰਦਾ। ਆਪੇ ਸੁਰਤਾ ਆਪ ਰਾਖ। ਇਸ ਲਈ ਬੇਨਤੀ ਕਰੋ हे ਪ੍ਰਭੂ, ਤੂੰ ਆਪ ਹੀ ਗਿਆਤਾ, ਆਪ ਹੀ ਸਭ ਦੀ ਰੱਖਿਆ ਕਰਨ ਵਾਲਾ ਹੈ। ਤਰ ਧਾਰਨ ਦੇਖਾ ਜਾਣੈ ਆਪ। ਤੂੰ ਆਪ ਹੀ ਧਰਤੀ ਆਦਿ ਤੱਤਾਂ ਨੂੰ ਆਪ ਦੇ ਆਸਰੇ ਧਾਰਨ ਕਰਕੇ ਦੇਖ ਰਿਹਾ ਤੇ ਆਪ ਹੀ ਸਾਰੇ ਭੇਤਾਂ ਨੂੰ ਜਾਣਦਾ ਹੈ। ਆਪ ਭੁਲਾਈ ਕਿਸ ਕਾਹੂ ਜਾਈ। ਜਿਸ ਨੂੰ ਪ੍ਰਭੂ ਨੇ ਆਪ ਹੀ ਆਪਣੇ ਸਰੂਪ ਵੱਲੋਂ ਭੁਲਾ ਦਿੱਤਾ, ਫਿਰ ਮੈਂ ਕਿਸ ਕੋਲ ਜਾ ਕੇ ਆਪਣੀ ਪੀੜਾ ਕਹਿਣਾ ਕਰਾਂ। ਗੁਰਮੇਲੀ ਬਿਰਥਾ ਕਹੂ ਮਾਈ। ਇਹ ਮਾਤਾ ਪੁੱਤ ਸਖੀਓ, ਜੇਕਰ ਪ੍ਰਭੂ ਆਪ ਗੁਰੂ ਦੇ ਨਾਲ ਮਿਲੇ ਤਾਂ ਉਹਨਾਂ ਗੁਰਾਂ ਪਾਸ ਜਾ ਕੇ ਆਪਣੀ ਪੀੜਾ ਕਹਿਣੀ ਕਰਾਂਗਾ। ਆਪ ਗਣ ਛੋਟਾਓ ਗੁਣ ਕਮਾਈ। ਕਦੇ ਗੁਨਾਹਾਂ ਨੂੰ ਛੱਡ ਕੇ ਗੁਣਾਂ ਨੂੰ ਕਮਾਉਣਾ ਕਰਾਂਗਾ। ਸਬਦੀ ਰਾਤਾ ਸੱਚ ਸਮਾਈ। ਜੇਕਰ ਗੁਰੂ ਅਕਾਲ ਪੁਰਖ ਦੇ ਉਪਦੇਸ਼ ਲੰਘਿਆ ਗਿਆ ਤਾਂ ਸੱਚ ਸਰੂਪ ਦੇ ਵਿੱਚ ਸਮਾ ਜਾਵਾਂਗਾ। ਗੁਰ ਮਿਲਿਆ ਮਤ ਉਤਮ ਹੋਈ। ਕਿਉਂਕਿ ਸਤਿਗੁਰਾਂ ਦੇ ਮਿਲਣ ਕਰਕੇ ਬੁੱਧੀ ਸ੍ਰੇਸ਼ਟ ਹੋ ਜਾਂਦੀ ਹੈ। ਮਨ ਨਿਰਮਲ ਹਉ ਮੈਂ ਕੱਟੈ ਧੋਈ। ਹਿਰਦਾ ਉਜਲ ਹੋ ਜਾਂਦਾ ਤੇ ਗੁਰੂ ਜੀ ਅੰਦਰ ਮਮਤਾ ਦੀ ਮੈਲ ਕੱਢ ਕੇ ਨਾਮ ਦਾ ਸਾਬਣ ਪ੍ਰੇਮ ਦਾ ਜਲ ਪਾ ਕੇ ਮਨ ਨੂੰ ਧੋ ਦਿੰਦੇ ਨੇ। ਸਦਾ ਮੁਕਤ ਬਾਂਧ ਨਾ ਸਕੈ ਕੋਈ। ਜਿਸ ਦਾ ਮਨ ਸ਼ੁੱਧ ਹੋ ਗਿਆ ਉਹ ਪੁਰਸ਼ ਹਮੇਸ਼ਾ ਕਲਿਆਣ ਸਰੂਪ ਮੁਕਤ ਹੈ। ਉਹਨੂੰ ਕੋਈ ਵੀ ਜਬਰ ਮਨ ਰਾਗ ਦੁਆਇਆ ਬੰਨ ਨਹੀਂ ਸਕਦਾ। ਸਦਾ ਨਾਮ ਵਖਾਣੈ ਕਰੁ ਨਾ ਕੋ ਔਰ ਨਾ ਕੋਈ। ਉਹ ਪੁਰਖ ਹਮੇਸ਼ਾ ਪਰਮਾਤਮਾ ਦਾ ਨਾਮ ਹੀ ਕਥਨ ਕਰਦਾ। ਉਹ ਵਾਹਿਗੁਰੂ ਤੋਂ ਬਿਨਾਂ ਉਸ ਵਰਗਾ ਹੋਰ ਕੋਈ ਨਹੀਂ ਜਾਣਦਾ। ਮਨ ਹਰ ਕੈ ਭਾਣੈ ਆਵੈ ਜਾਇ। ਸੋ ਉਹ ਪੁਰਖ ਜਿਹੜਾ ਹੈ ਉਹ ਇਹ ਸਮਝਦਾ ਹੈ ਕਿ ਜਿਹੜਾ ਮਨ ਜੀਵ ਪਰਮਾਤਮਾ ਦੇ ਹੁਕਮ ਦੇ ਵਿੱਚ ਸੰਸਾਰ ਅੰਦਰ ਜੰਮ ਕੇ ਆਉਂਦਾ ਤੇ ਮਰ ਕੇ ਜਾਂਦਾ ਰਹਿੰਦਾ ਹੈ, ਜਾਂ ਜੋ ਪਰਮਾਤਮਾ ਦੇ ਬਾਣੀ ਨੂੰ ਮੰਨ ਲੈਂਦਾ ਉਹ ਗੁਰੂ ਦੀ ਸ਼ਰਨ ਵਿੱਚ ਆ ਕੇ ਆਪਣੇ ਸਰੂਪ ਦੇ ਵਿੱਚ ਚਲਾ ਜਾਂਦਾ ਹੈ। ਸਭ ਮਹਿ ਕੋ ਕਿਛ ਕਹਿਣ ਨਾ ਜਾਏ। ਸਾਰੇ
ਸੰਸਾਰ ਵਿੱਚ ਇੱਕ ਪ੍ਰਭੂ ਹੀ ਵਿਆਪਕ ਹੈ। ਉਸ ਦੇ ਬਾਣੀ ਤੋਂ ਉਲਟ ਕੁਝ ਵੀ ਕਿਹਾ ਨਹੀਂ ਜਾਂਦਾ। ਸਭ ਹੁਕਮ ਵਰਤੈ ਹੁਕਮ ਸਮਾਨ। ਸਾਰਾ ਸੰਸਾਰ ਪਰਮਾਤਮਾ ਦੇ ਹੁਕਮ ਦੇ ਵਿੱਚ ਹੀ ਵਰਤ ਰਿਹਾ ਹੈ ਤੇ ਹੁਕਮ ਅਨੁਸਾਰ ਹੀ ਸਾਰਾ ਸਮਾ ਜਾਂਦਾ ਹੈ। ਦੁਖ ਸੁਖ ਸਭ ਤਿਸ ਰਜਾਨ। ਸੋ ਜੀਵਾਂ ਨੂੰ ਦੁੱਖ ਅਤੇ ਸੁਖ, ਦੁੱਖ ਦੀ ਨਿਵਰਤੀ ਤੇ ਸੁਖ ਦੀ ਪ੍ਰਾਪਤੀ ਸਭ ਉਸ ਦੀ ਆਗਿਆ ਦੇ ਵਿੱਚ ਹੈ। ਤੂੰ ਅਭੁੱਤ ਨਾ ਭੁੱਲਾ ਕਦੇ ਨਾਹੀ। ਇਹ ਪਤੀ ਪ੍ਰਭੂ ਤੂੰ ਸਦਾ ਭੁੱਲਣ ਤੋਂ ਰਹਿਤ ਹੈ। ਭੁੱਲਣ ਅੰਦਰ ਸਭ ਕੋ ਭੁੱਲ ਗੁਰੂ ਕਰਤਾ ਤੇ ਕਦੇ ਵੀ ਭੁੱਲਣ ਵਿੱਚ ਨਹੀਂ ਆਉਂਦਾ। ਗੁਰ ਸ਼ਬਦ ਸੁਣਾਈ ਮਤ ਅਗਾਈ। ਜਿਨ੍ਹਾਂ ਨੂੰ ਤੂੰ ਗੁਰਾਂ ਦਾ ਸ਼ਬਦ ਸੁਣਾਉਂਦਾ ਉਹਨਾਂ ਦੀ ਬੁੱਧ ਅਗਾਧ ਆਤਮ ਪਛਾਣੀ ਹੁੰਦੀ ਹੈ। ਤੂੰ ਮੋਟੋ ਠਾਕੁਰ ਸ਼ਬਦ ਮਾਹੀ। ਇਹ ਠਾਕੁਰ ਮਾਲਕ ਪਰਮਾਤਮਾ ਤੋਂ ਬੜਾ ਮੋਟਾ ਹੈ, ਕਮਜ਼ੋਰ ਜਿਹਾ ਨਹੀਂ ਹੈ ਕਿ ਹਵਾ ਦੇ ਬੁੱਲੇ ਤੋਂ ਡੋਲਣ ਲੱਗ ਪਏ ਜਾਂ ਝਾਟੀ ਬੁਖਾਰ ਖੰਘ ਜ਼ੁਕਾਮ ਲੱਗ ਜਾਏ। ਮੋਟੋ ਦਾ ਮਤਲਬ ਵੱਡਾ ਹੈ, ਆਦਿਸ਼ਨਾ ਰੂਪ ਹੈ ਅਤੇ ਗੁਰਾਂ ਦੇ ਉਪਦੇਸ਼ ਜਾਂ ਸੰਸਾਰ ਵਿੱਚ ਵਿਆਪਕ ਹੋ ਰਿਹਾ ਹੈ। ਮਨ ਨਾਨਕ ਮਾਨਿਆ ਸੱਚ ਸਲਾਹੀ। ਸਤਿਗੁਰੂ ਜੀ ਕਥਨ ਕਰਦੇ ਕਿ ਜਿਨ੍ਹਾਂ ਦਾ ਮਨ ਗੁਰੂ ਉਪਦੇਸ਼ ਮੰਨ ਗਿਆ ਉਹ ਤੇਰੇ ਸੱਚੇ ਨਾਮ ਨੂੰ ਹਮੇਸ਼ਾ ਹੀ ਸੁਣਾਉਂਦੇ ਨੇ। ਇੱਥੇ ਸਮਾਪਤੀ ਹੈ ਜੀ। ਭੁੱਲ ਚੁੱਕ ਖਿਮਾ ਕਰੋ, ਅੱਗੇ ਦੋ ਸਮਤ ਬਖਸ਼ੋ। ਤੂੰ ਅਭੁੱਤ ਨਾ ਭੁੱਲਾ ਕਦੇ ਨਾਹੀ। ਗੁਰ ਸ਼ਬਦ ਸੁਣਾਈ ਮਤ ਅਗਾਏ। ਤੂੰ ਮੋਟਾ ਠਾਕੁਰ ਸ਼ਬਦ ਮਾਹੀ। ਮਨ ਨਾਨਕ ਮਾਨਿਆ ਸੱਚ ਸਲਾਹੀ।